हाँ जी, सत श्री अकाल प्यारे विद्यार्थियों। प्यारे बच्चों, अज असी 9वीं क्लास की जो एक इकांगी है मौनधारी, इस बारे इनू विस्तार सहित पढ़ते हाँ। तो मौनधारी तो भाव हुंदा जिस भी व्यक्ति ने ना बोलण का मौन धारिया होवे, चुप रहन वाला व्यक्ति, चुप रहन वाला साधु। हुण जिहड़ा इस कहानी दे विच मौनधारी साधु आ, असल ਦੇ ਵਿੱਚ ਜਿਵੇਂ ਅਸੀਂ ਕੁਝ ਭਗਵੇਂ ਸਾਧੂਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਕੁਝ ਹੋਰ ਤਰ੍ਹਾਂ ਦਾ ਭੇਸ ਬਣਾਇਆ ਹੁੰਦਾ। ਇਹ ਕਹਾਣੀਆਂ ਜਿਹੜੀ ਇੱਕ ਫਰੋਡ ਜਿਹੜੇ ਝੂਠੇ ਵਿਅਕਤੀ ਹੁੰਦੇ ਨੇ ਉਹਨਾਂ ਦੀ ਕਹਾਣੀ ਆ। ਉਹ ਕਹਾਣੀ ਦੇ ਵਿੱਚ ਕਿਹੜੇ ਕਿਹੜੇ ਕਿਰਦਾਰ ਆਉਂਦੇ ਨੇ, ਕਿਹੜੇ ਕਿਹੜੇ ਨਾਟਕ 'ਚ ਕਰੈਕਟਰ ਆਉਂਦੇ ਨੇ। ਇਹਦੇ ਵਿੱਚ ਜਿਹੜਾ ਮੌਨਧਾਰੀ ਆਖਰ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਕਿ ਕੋਈ ਝੂਠਾ ਸਾਧੂ ਆ, ਉਹਦੀ ਅਸਲੀਅਤ ਸਾਹਮਣੇ ਕੀ ਆਉਂਦੀ ਆ। ਜਿਹੜਾ ਇਹ ਮੌਨਧਾਰੀ ਸਾਧੂ ਨੇ ਬੇਟਾ, ਦੋ ਸਾਧੂ ਨੇ। ਇਹਦੇ ਵਿੱਚ ਇੱਕ ਮਦਨ ਲਾਲ ਨਾਂ ਦਾ ਜਿਹੜਾ ਕਰੈਕਟਰ ਆ, ਉਹਨੂੰ ਉਹਦੇ ਜੋ ਉਹਨੇ ਗਲਤੀ ਕੀਤੀ ਹੁੰਦੀ ਆ, ਉਹਨੇ ਕੀ ਗਲਤੀ ਕੀਤੀ ਹੁੰਦੀ ਆ, ਉਹਦੀ ਆਖਰ ਦੇ ਵਿੱਚ ਕਿਵੇਂ ਉਹਨੂੰ ਸਜ਼ਾ ਦਿੰਦੇ ਨੇ। ਇਹ ਬੜਾ ਹੀ ਬਹੁਤ ਵਧੀਆ ਢੰਗ ਨਾਲ ਇੱਕ ਜਿਹੜਾ ਨਾਟਕ ਆ ਉਸ ਨੂੰ ਪੇਸ਼ ਕੀਤਾ ਗਿਆ ਤੁਹਾਡੇ ਸਿਲੇਬਸ ਦੇ ਵਿੱਚ। ਆਓ ਇਸ ਨਾਟਕ ਦੇ ਵਿੱਚ ਕਿਹੜੇ ਕਿਹੜੇ ਕਰੈਕਟਰ ਨੇ ਉਹਨਾਂ ਬਾਰੇ ਥੋੜ੍ਹੀ ਜਾਣ ਪਹਿਚਾਣ ਕਰਦੇ ਹਾਂ। ਰਾਮ ਪਿਆਰੀ ਇੱਕ ਅੱਧਖੜ ਉਮਰ ਦੀ ਤੀਵੀਂ। ਹਰੀ ਚੰਦ ਰਾਮ ਪਿਆਰੀ ਦਾ ਘਰ ਵਾਲਾ, ਉਮਰ ਲਗਭਗ 60 ਸਾਲ, ਸਿਹਤ ਖਰਾਬ। ਉਹ 60 ਸਾਲ ਦੀ ਮਤਲਬ ਇੱਕ ਖਰਾਬ ਸਿਹਤ ਵਾਲਾ ਵਿਅਕਤੀ ਆ ਹਰੀ ਚੰਦ। ਮਦਨ ਲਾਲ 30-32 ਸਾਲ ਦਾ ਨੌਜਵਾਨ, ਰਾਮ ਪਿਆਰੀ ਦਾ ਭਣੇਵਾ ਮਤਲਬ ਕਿ ਭਾਣਜਾ। ਸਾਧੂ ਉਮਰ 35 ਸਾਲ ਜਾਂ 35-40 ਸਾਲ। ਮੌਨਧਾਰੀ ਉਮਰ ਲਗਭਗ 50। ਪਹਿਲੇ ਸਾਧੂ ਦਾ ਮੌਨਧਾਰੀ ਜੋਟੀਦਾਰ, ਮਤਲਬ ਦੋ ਜਿਹੜੇ ਸਾਧੂ ਨੇ, ਇੱਕ ਮੌਨਧਾਰੀ ਇੱਕ ਸਾਧੂ ਬੋਲਦਾ। ਜਿਹੜਾ ਸਾਧੂ ਆ ਮੌਨਧਾਰੀ ਆ, ਦੋ ਤਰ੍ਹਾਂ ਦੇ ਨੇ। ਇੱਕ ਦਾ ਚੁੱਪ ਵੱਟੀ ਹੋਈ ਹੈ, ਇੱਕ ਉਹਦੇ ਬਾਰੇ ਇੰਟਰੋਡਕਸ਼ਨ ਕਰਵਾਉਂਦਾ। ਅੱਗੇ ਹੈ ਕਿਸ਼ੋਰ ਹਰੀ ਚੰਦ ਦਾ ਲੜਕਾ, ਉਮਰ ਲਗਭਗ 30 ਸਾਲ, ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ। ਵਕਤ ਸ਼ਾਮ ਦੇ 5 ਵਜੇ। ਹੁਣ ਜਦੋਂ ਬੇਟਾ ਇਹ ਨਾਟਕ ਜਿਹੜੇ ਤੁਸੀਂ ਦੇਖੇ ਹੋਣਗੇ, ਇੱਕ ਅਸੀਂ TV ਦੇ ਉੱਪਰ ਸੀਰੀਅਲ ਦੇਖਦੇ ਹਾਂ ਜਿਵੇਂ ਪਹਿਲਾ ਭਾਗ ਦੂਜਾ ਭਾਗ। ਸੋ ਬੇਟਾ ਇੱਕ ਰੰਗਮੰਚ ਦੇ ਉੱਪਰ ਖੇਡਿਆ ਗਿਆ ਨਾਟਕ ਹੁੰਦਾ ਜਿਹਦੇ ਵਿੱਚ ਜਿਹੜੇ ਕਲਾਕਾਰ ਨੇ ਵੱਖ-ਵੱਖ ਕਰੈਕਟਰ ਦੇ ਰੂਪ ਦੇ ਵਿੱਚ ਆਉਂਦੇ ਨੇ ਅਤੇ ਵਾਰਤਾਲਾਪ ਬੋਲਦੇ ਨੇ। ਅਤੇ ਐਂਡ ਦੇ ਉੱਪਰ ਜਦੋਂ ਨਾਟਕ ਸਮਾਪਤ ਹੁੰਦਾ ਅਤੇ ਸਾਨੂੰ ਨਾਟਕ ਦਾ ਵਿਸ਼ਾ ਅਤੇ ਉਸ ਵਿਸ਼ੇ ਦੇ ਵਿੱਚ ਕਿਹੜੀਆਂ ਸਮਾਜਿਕ ਕੁਰੀਤੀਆਂ ਨੂੰ ਪੇਸ਼ ਕੀਤਾ, ਇਹ ਹਰ ਇੱਕ ਚੀਜ਼ ਦੀ ਸੰਖੇਪ ਜਾਣਕਾਰੀ ਮਿਲਦੀ ਆ ਜਦੋਂ ਅਸੀਂ ਨਾਟਕ ਨੂੰ ਖੁੱਭ ਕੇ ਵੇਖਦੇ ਹਾਂ ਜਾਂ ਪੂਰੀ ਤਰ੍ਹਾਂ ਸਮਝ ਕੇ ਵੇਖਦੇ ਹਾਂ। ਜ਼ਮਾਨਾ ਕਿਹੜਾ, ਅੱਜ ਕੱਲ੍ਹ ਦੇ ਜ਼ਮਾਨੇ ਦੇ ਸੰਬੰਧ ਦੇ ਵਿੱਚ ਇਹ ਜਿਹੜਾ ਨਾਟਕ ਹੈ। ਸਥਾਨ ਕੀ ਹੈ, ਕਿਸ਼ੋਰ ਚੰਦ ਦਾ ਸਰਕਾਰੀ ਕੁਆਟਰ। ਹੁਣ ਮਤਲਬ ਜਿਹੜਾ ਕਿਸ਼ੋਰ ਚੰਦ ਆ ਇਹਦਾ ਸਰਕਾਰੀ ਕੁਆਟਰ ਆ ਅਤੇ ਇੱਥੋਂ ਜਿਹੜਾ ਨਾਟਕ ਦਾ ਸੀਨ ਸ਼ੁਰੂ ਹੁੰਦਾ। ਸਟੇਜ, ਹੁਣ ਸਟੇਜ ਦੇ ਉੱਪਰ ਬੇਟਾ ਪਰਦਾ ਲੱਗਿਆ ਹੁੰਦਾ ਅਤੇ ਪਰਦਾ ਹਟਣ ਅਨੁਸਾਰ ਜਿਹੜਾ ਕਰੈਕਟਰ ਪਹਿਲਾਂ ਬੋਲਦੇ ਨੇ, ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ। ਜਿਹੜਾ ਬੇਟਾ ਇਹ ਨਾਟਕ ਹੁੰਦਾ ਇਹਦੇ ਵਿੱਚ ਪਾਤਰ ਹੁੰਦੇ ਨੇ, ਪਾਤਰਾਂ ਦੇ ਜਿਹੜੇ ਵਾਰਤਾਲਾਪ ਹੁੰਦੇ ਨੇ। ਵਾਰਤਾਲਾਪ ਨੇ ਜਿਹੜੇ ਉਹ ਨਾਟਕ ਦੀ ਰਵਾਨਗੀ ਨੂੰ ਬਹਾਲ ਕਰਦੇ ਨੇ, ਅੱਗੇ ਤੋਰਦੇ ਨੇ। ਸੋ ਜਿਹੜੇ ਕਰੈਕਟਰ ਨੇ ਉਹ ਵੱਖ-ਵੱਖ ਮਤਲਬ ਸਮਾਜ ਦੇ ਹਿੱਸਿਆਂ ਨੂੰ ਰੀਪ੍ਰਜੈਂਟ ਕਰਦੇ ਨੇ, ਦੱਸਦੇ ਨੇ ਕਿ ਇਹ ਸਮਾਜ ਦੇ ਇਸ ਹਿੱਸੇ ਨਾਲ ਸੰਬੰਧ ਰੱਖਦਾ ਹੈ, ਇਹ ਇਸ ਹਿੱਸੇ ਨਾਲ ਸੰਬੰਧ ਰੱਖਦਾ ਹੈ। ਸੋ ਆਓ ਜਾਣਦੇ ਹਾਂ ਇਸ ਨਾਟਕ ਦੇ ਵਿੱਚ ਕਿਹੜੀ ਕਹਾਣੀ ਸਮਾਜ ਦੇ ਵਿੱਚੋਂ ਲਈ ਗਈ ਹੈ, ਕਿਹੜੀਆਂ ਸਮਾਜਿਕ ਕੁਰੀਤੀਆਂ ਨੂੰ ਪੇਸ਼ ਕੀਤਾ ਗਿਆ ਅਤੇ ਸਮਾਜ ਦੇ ਕਿਹੜੇ ਹਿੱਸੇ ਦੀ ਜਾਂ ਸਮਾਜ ਦੇ ਕਿਹੜੇ ਉਹਨਾਂ ਮਤਲਬ ਜੋ ਅਸੀਂ ਕਹਿੰਦੇ ਹਾਂ ਸਮਾਜ ਦੇ ਵਿੱਚ ਊਣਤਾਈਆਂ ਨੇ, ਕਮੀਆਂ ਨੇ, ਉਹਨਾਂ ਦੇ ਉੱਪਰ ਵਿਅੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਓ ਪੜ੍ਹਦੇ ਹਾਂ ਨਾਟਕ ਨੂੰ ਵਿਸਤਾਰ ਸਹਿਤ। ਪਰਦਾ ਉੱਠਣ 'ਤੇ ਕੁਆਟਰ ਦਾ ਬਰਾਂਡਾ, ਬਰਾਂਡੇ ਦੇ ਅੱਗੇ 2 ਨੀਵੀਆਂ ਪੌੜੀਆਂ, ਪੌੜੀਆਂ ਦੇ ਅੱਗੇ ਛੋਟਾ ਜਿਹਾ ਵਿਹੜਾ, ਵਿਹੜੇ ਦੇ ਖੱਬੇ ਪਾਸੇ ਬਾਹਰ ਆਉਣ ਜਾਣ ਦਾ ਦਰਵਾਜ਼ਾ। ਬਰਾਂਡੇ ਦੇ ਵਿਚਕਾਰ ਇੱਕ ਦਰਵਾਜ਼ਾ ਕਮਰੇ ਵਿੱਚ ਖੁੱਲ੍ਹਦਾ ਹੈ। ਦਰਵਾਜ਼ਾ ਅੱਧਾ ਖੁੱਲ੍ਹਾ ਪਿਆ ਹੈ। ਬਰਾਂਡੇ ਦੇ ਸੱਜੇ ਪਾਸੇ ਦੂਜੇ ਕਮਰੇ ਦਾ ਬੰਦ ਦਰਵਾਜ਼ਾ ਦਿਸਦਾ ਹੈ। ਬਰਾਂਡੇ ਦੇ ਸੱਜੇ ਖੱਬੇ ਸਿਰਿਓਂ ਉੱਤੇ 2 ਥੰਮ੍ਹ ਹਨ। ਬਰਾਂਡੇ ਵਿੱਚ ਇੱਕ ਚਾਰਪਾਈ ਪਈ ਹੈ। ਅੱਧ ਖੁੱਲ੍ਹੇ ਦਰਵਾਜ਼ੇ ਦੇ ਕੋਲ ਇੱਕ ਆਰਾਮ ਕੁਰਸੀ 'ਤੇ, ਜਿਹੜੀ ਅਸੀਂ ਉਹ ਚੇਅਰ ਦੇ ਉੱਪਰ ਪੈ ਕੇ ਰਿਲੈਕਸ ਫੀਲ ਕਰਦੇ ਹਾਂ, ਅਤੇ ਇੱਕ ਹੋਰ ਕੁਰਸੀ ਦਰਵਾਜ਼ੇ ਦੇ ਕੁਝ ਅੱਗੇ ਰਾਮ ਪਿਆਰੀ ਇੱਕ ਪਟੜੀ ਉੱਤੇ ਬੈਠੀ ਸਬਜ਼ੀ ਚੀਰ ਰਹੀ ਹੈ। ਹੁਣ ਬੇਟਾ ਜਿਹੜਾ ਇਹ ਰੰਗਮੰਚ ਦਾ
ਪਰਦਾ ਜਦੋਂ ਹਟਦਾ ਹੈ, ਸਟੇਜ ਦੇ ਉੱਪਰ ਕਿਹੜੀਆਂ ਚੀਜ਼ਾਂ ਕਿੱਥੇ ਪਈਆਂ ਨੇ ਉਹਨਾਂ ਦੀ ਲੋਕੇਸ਼ਨ ਦੱਸੀ ਗਈ ਆ। ਸੋ ਅਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਇੱਥੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਦਰਸ਼ਕ ਹੋ, ਕੁਰਸੀ ਦੇ ਉੱਪਰ ਬੈਠੇ ਹੋ, ਸਾਹਮਣੇ ਵੱਡੀ ਸਟੇਜ ਲੱਗੀ ਹੋਈ ਆ, ਉਹਦਾ ਪਰਦਾ ਪਰਾਂ ਹਟਦਾ ਅਤੇ ਤੁਹਾਡੇ ਅੱਖਾਂ ਦੇ ਸਾਹਮਣੇ ਜਿਹੜਾ ਪਹਿਲਾ ਸੀਨ ਆਉਂਦਾ, ਕੀ ਆਉਂਦਾ, ਸੀਨ ਦੇ ਵਿੱਚ ਕੌਣ ਕਿਵੇਂ ਆਪਣੇ ਜਿਹੜੇ ਅਲਫਾਜ਼ ਬੋਲਦਾ ਉਹਨਾਂ ਨੂੰ ਅੱਗੇ ਤੁਸੀਂ ਇਹਨਾਂ ਨੂੰ ਮੇਰੇ ਦੁਆਰਾ ਮੈਂ ਬੇਟਾ ਇਹਨਾਂ ਨੂੰ ਪੜ੍ਹਾਂਗਾ ਅਤੇ ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿਹੜਾ ਕਰੈਕਟਰ ਕੀ ਬੋਲਦਾ ਅਤੇ ਵਾਰਤਾਲਾਪ ਕਿਵੇਂ ਅੱਗੇ ਚੱਲਦੇ ਨੇ। ਸੋ ਅਸੀਂ ਪੜ੍ਹਦੇ ਹਾਂ ਰਾਮ ਪਿਆਰੀ ਸਬਜ਼ੀ ਚੀਰਦੀ ਹੋਈ। ਹੁਣ ਤੁਸੀਂ ਸਟੇਜ ਦੇ ਉੱਪਰ ਕੀ ਵੇਖ ਰਹੇ ਹੋ ਕਿ ਇੱਕ ਰਾਮ ਪਿਆਰੀ ਨਾਮ ਦੀ ਬਿਰਧ ਜੀ ਔਰਤ ਸਬਜ਼ੀ ਚੀਰ ਰਹੀ ਆ। ਹੁਣ ਜਿਹੜਾ ਬ੍ਰੈਕਟ ਦੇ ਵਿੱਚ ਬਣਦਾ ਬੇਟਾ ਉਹ ਇੰਟਰੋਡਕਸ਼ਨ ਹੁੰਦੀ ਆ ਕਰੈਕਟਰ ਦੀ, ਵੀ ਕੀ ਆ, ਕੌਣ ਆ, ਜੇ ਕੀ ਕਹਿ ਰਿਹਾ, ਕੀ ਕਰ ਰਿਹਾ। ਖਾਏ ਕੋਈ ਕੀ ਸਬਜ਼ੀਆਂ ਨੂੰ ਤਾਂ ਅੱਗ ਲੱਗੀ ਹੋਈ ਏ, ਇੰਨੇ ਚਿਰ ਨੂੰ ਹਰੀ ਚੰਦ ਖੰਘਦਾ ਵਿਚਕਾਰਲੇ ਦਰਵਾਜ਼ੇ ਵਿੱਚੋਂ ਬਾਹਰ ਆਉਂਦਾ ਹੈ। ਹੁਣ ਸਟੇਜ ਦੇ ਉੱਪਰ ਇਹ ਵਾਪਰਦਾ ਹੈ। ਇੱਕ ਹੱਥ ਵਿੱਚ ਦਵਾਈ ਦੀ ਸੀਸੀ, ਦੂਜੇ ਵਿੱਚ ਮੋਟੀ ਜਿਹੀ ਮੁੱਠ ਵਾਲੀ ਸੋਟੀ, ਸਿਰ 'ਤੇ ਸਾਫਾ ਜਿਹਦਾ ਤੁਰਾ ਉੱਡਿਆ ਹੋਇਆ ਜਾਪਦਾ ਹੈ ਅਤੇ ਸ਼ਾਮਲਾ ਪਿੱਛੇ ਲਟਕਦਾ ਹੈ। ਖੁੱਲ੍ਹਾ ਪਜਾਮਾ, ਲੰਮਾ ਕੋਟ, ਪੈਰੀ ਗੁਰਗਾਬੀ, ਸ਼ਕਲ 'ਤੇ ਸਲੀਪਰ, ਠਿੱਬੇ ਜਿਹੇ ਪੁਰਾਣੇ। ਹਰੀ ਚੰਦ ਸਿੱਧਾ ਹੀ ਬਰਾਂਡੇ ਦੀਆਂ ਪੌੜੀਆਂ ਉਤਰ ਕੇ ਬਾਹਰ ਨੂੰ ਜਾਣ ਲੱਗਦਾ ਹੈ। ਜਦੋਂ ਉਹ ਦਰਵਾਜ਼ੇ ਦੇ ਕੋਲ ਪੁੱਜਦਾ ਹੈ ਤਾਂ ਰਾਮ ਪਿਆਰੀ ਉਸ ਨੂੰ ਬੁਲਾਉਂਦੀ ਹੈ। ਮਤਲਬ ਕਿ ਸਟੇਜ ਦੇ ਉੱਪਰ ਉਹ ਜਦੋਂ ਜਾਣ ਲੱਗਦਾ ਨਾ ਹਰੀ ਚੰਦ, ਤਾਂ ਪਿੱਛੋਂ ਰਾਮ ਪਿਆਰੀ ਉਹਨੂੰ ਆਵਾਜ਼ ਮਾਰਦੀ ਹੈ। ਕੀ ਆਵਾਜ਼ ਮਾਰਦੀ ਆ? ਰਾਮ ਪਿਆਰੀ ਕਿੱਥੇ ਚੱਲੇ ਹੋ? ਹਰੀ ਚੰਦ ਸਿਰ ਭੁਆ ਕੇ ਖਿਝ ਕੇ ਪਿੱਛੇ ਨੂੰ ਗਰਦਨ ਘੁਮਾ ਕੇ ਬੋਲਦਾ, ਢੱਠੇ ਖੂਹ 'ਚ। ਰਾਮ ਪਿਆਰੀ ਹਾਏ ਹਾਏ ਸੁੱਖ ਦੀ ਬੋਲੀ ਬੋਲੋ, ਕੀ ਹੋ ਗਿਆ ਜੇ ਮੱਤ ਨੂੰ? ਹਰੀ ਚੰਦ ਤੁਹਾਨੂੰ ਕਿੰਨੀ ਵਾਰ ਕਿਹਾ ਏ ਕਿ ਜਾਂਦਿਆਂ ਨੂੰ ਪਿੱਛੋਂ ਆਵਾਜ਼ ਨਾ ਮਾਰਿਆ ਕਰੋ। ਰਾਮ ਪਿਆਰੀ ਤੇ ਕੀ ਹੋ ਗਿਆ ਫੇਰ, ਕਿੱਥੇ ਚੱਲੇ ਹੋ? ਹਰੀ ਚੰਦ ਹੱਥ ਵਾਲੀ ਸੀਸੀ ਵਿਖਾ ਕੇ ਉਹਦੇ ਵੱਲ ਸੀਸੀ ਵਿਖਾਉਂਦਾ ਤੇ ਕੀ ਬੋਲਦਾ, ਵੇਖਦੀ ਨਹੀਂ ਡਾਕਟਰ ਵੱਲ। ਰਾਮ ਪਿਆਰੀ ਛੇਤੀ ਮੁੜਨਾ ਭਲਾ। ਹਰੀ ਚੰਦ ਤੇ ਹੋਰ ਮੈਂ ਉੱਥੋਂ ਸ਼ਤਰੰਜ ਦੀ ਬਾਜੀ ਲਾਉਣ ਚੱਲਿਆ ਹਾਂ। ਖੰਘਦਾ ਉਹ ਜਾਂਦਾ ਜਾਂਦਾ ਦਰਵਾਜ਼ੇ ਨੂੰ ਅੱਧਾ ਖੁੱਲ੍ਹਾ ਛੱਡ ਜਾਂਦਾ ਏ। ਰਾਮ ਪਿਆਰੀ ਇੱਕ ਤਾਂ ਡਾਕਟਰਾਂ ਸਾਡੀ ਬੁੱਧ ਮਾਰ ਛੱਡੀਏ, ਰੋਜ਼ ਦਵਾਈਆਂ, ਨਾ ਬਿਮਾਰੀ ਜਾਂਦੀ ਏ ਨਾ ਦਵਾਈਆਂ ਮੁੱਕਦੀਆਂ ਨੇ। ਸਾਹ ਭਰ ਕੇ ਹੇ ਰਾਮ, ਮਤਲਬ ਉਹ ਰਿਐਕਟ ਕਰਦੀ ਹੈ ਕਿ ਮਤਲਬ ਜਿਹੜਾ ਮੇਰਾ ਪਤੀ ਆ ਉਹਦੀਆਂ ਦਵਾਈਆਂ ਮੁੱਕਣ 'ਚ ਨਹੀਂ ਆ ਰਹੀਆਂ। ਇਸ ਵੇਲੇ ਦਰਵਾਜ਼ੇ ਵਿੱਚੋਂ ਆਵਾਜ਼ ਆਉਂਦੀ ਹੈ। ਫਿਰ ਉਹ ਜਿਹੜਾ ਅੱਧਾ ਖੁੱਲ੍ਹਾ ਦਰਵਾਜ਼ਾ ਹੁੰਦਾ ਉਹਦੇ ਵਿੱਚੋਂ ਕੀ ਆਵਾਜ਼ ਆਉਂਦੀ ਹੈ? ਆਵਾਜ਼ ਆਈ, ਬੀਬੀ ਜੀ 14 ਨੰਬਰ ਕੁਆਟਰ ਇਹੋ ਏ। ਰਾਮ ਪਿਆਰੀ ਉੱਠ ਕੇ ਦਰਵਾਜ਼ੇ ਵੱਲ ਚਲੀ ਜਾਂਦੀ ਏ। ਇਹੋ ਏ ਕਿਉਂ, ਕੀ ਏ? ਇੱਕ ਛੋਕਰਾ ਆਪਣੇ ਸਿਰ ਤੋਂ ਇੱਕ ਨਿੱਕੀ ਜਿਹੀ ਟਰੰਕੀ ਉਤਾਰ ਕੇ ਬਰਾਂਡੇ ਵਿੱਚ ਰੱਖ ਦਿੰਦਾ ਏ। ਰਾਮ ਪਿਆਰੀ ਇਹ ਕਿਹਦਾ ਏ? ਕੁੱਲੀ ਬਿਨਾਂ ਕੁਝ ਦੱਸਿਆ ਬਾਹਰ ਨੂੰ ਜਾਂਦਾ ਵੇ। ਵੀ ਹੋਰ ਕਿਸੇ ਦਾ ਘਰ ਹੋਣਾ ਹੀ, ਲੈ ਜਾ ਇਹਨੂੰ। ਹੁਣ ਰਾਮ ਪਿਆਰੀ ਕਹਿੰਦੀ ਹੈ ਵੀ ਸਾਡਾ ਨਹੀਂ, ਕਿਸੇ ਹੋਰ ਦਾ ਹੋਊ, ਲੈ ਜਾ ਇਹਨੂੰ ਚੱਕ ਕੇ। ਕੁੱਲੀ ਬਾਹਰੋਂ ਹੀ, ਹੁਣ ਬਾਹਰੋਂ ਹੀ ਬੋਲਦਾ, ਇਸੇ ਨੰਬਰ ਦਾ ਜੀ। ਉਹ ਇਹ ਕਹਿੰਦਾ ਚਲਿਆ ਜਾਂਦਾ ਹੈ, ਕਹਿੰਦਾ ਇਸੇ ਨੰਬਰ ਦਾ ਜੀ ਜਿਹੜੇ ਕੁਆਟਰ 'ਚ ਮੈਂ ਛੱਡ ਕੇ ਗਿਆ ਇਹ ਟਰੰਕੀ। ਰਾਮ ਪਿਆਰੀ ਇਸੇ ਨੰਬਰ ਦਾ, ਹੈਰਾਨੀ ਨਾਲ, ਸਾਡੇ ਕੌਣ ਆਉਣ ਵਾਲਾ ਏ? ਦਰਵਾਜ਼ਾ ਭੀੜ ਕੇ ਪਟੜੀ 'ਤੇ ਜਾ ਬਹਿੰਦੀ ਏ ਅਤੇ ਸਬਜ਼ੀ ਚੀਰਨ ਲੱਗ ਜਾਂਦੀ ਏ। ਛੇਤੀ ਹੀ ਦਰਵਾਜ਼ਾ ਖੜਕਦਾ ਹੈ। ਰਾਮ ਪਿਆਰੀ ਮੁੜ ਕੇ ਵੇਖਦੀ ਹੈ, ਮਦਨ ਲਾਲ ਦਰਵਾਜ਼ੇ ਵਿੱਚੋਂ ਹੌਲੀ ਜਿਹੀ ਸਿਰ ਕੱਢ ਕੇ ਅੰਦਰ ਝਾਕਦਾ ਹੈ। ਹੁਣ ਇੱਥੇ ਉਹ ਜਦੋਂ ਰਾਮ ਪਿਆਰੀ ਬੇਟਾ ਸਬਜ਼ੀ ਕੱਟਦੀ ਆ ਤਾਂ ਇੱਕ ਦਰਵਾਜ਼ੇ ਦੇ ਵਿੱਚੋਂ ਗਰਦਨ ਬਾਹਰ ਨੂੰ ਆਉਂਦੀ ਹੈ, ਮਤਲਬ ਦਰਵਾਜ਼ੇ ਦੇ ਅੰਦਰ ਨੂੰ ਝਾਕਦਾ ਉਹ। ਰਾਮ ਪਿਆਰੀ ਕੌਣ? ਮਦਨ ਅੰਦਰ ਵੜ ਕੇ, ਮੈਂ ਆ ਮਾਸੀ ਜੀ, ਨਮਸਤੇ। ਰਾਮ ਪਿਆਰੀ ਉਸ ਨੂੰ ਵੇਖ ਕੇ ਪਛਾਣਦੀ ਰਹਿ ਜਾਂਦੀ ਹੈ ਵੀ ਕੌਣ ਹੋਇਆ। ਮਦਨ ਦਾ ਹੁਲੀਆ ਕੁਝ ਵਿਗੜਿਆ ਜਿਹਾ ਏ, ਤੇੜ ਵਿੱਚ ਅੱਧ ਮੈਲਾ ਜਿਹਾ ਪਜਾਮਾ। ਹੁਣ ਜਿਹੜਾ ਮਦਨ ਬੇਟਾ ਉਹਨਾਂ ਦੇ ਘਰੇ ਐਂਟਰੀ ਕਰਦਾ ਬੰਦਾ ਗੇਟ ਤੋਂ, ਹੁਣ ਉਹਦਾ ਹੁਲੀਆ ਦੇਖੋ ਕਿੱਦਾਂ ਦਾ, ਤੇੜ ਅੱਧ ਮੈਲਾ ਜਿਹਾ ਪਜਾਮਾ, ਕਮੀਜ਼ ਦਾ ਉਤਲਾ ਬਟਨ ਟੁੱਟਾ ਹੋਇਆ, ਕੋਟ ਵਿੱਚੋਂ ਪਿਆ ਲੱਭਦਾ ਏ, ਸਿਰ 'ਤੇ ਪਗੜੀ ਜਿਹੀ ਬਹੁਤ ਸਾਫ਼ ਨਹੀਂ ਜਾਪਦੀ।
ਪੱਗ ਦੇ ਵਾਲਾਂ ਵਿੱਚੋਂ ਮੱਥੇ 'ਤੇ ਬੰਨ੍ਹੀ ਹੋਈ ਇੱਕ ਪੱਟੀ ਜਿਹੀ ਦਿਸਦੀ ਹੈ। ਚਿਹਰਾ ਫਿਕਰ ਚਿੰਤਾ ਦਾ ਮਾਰਿਆ ਹੋਇਆ। ਕਈ ਚਿਰਾਂ ਤੋਂ ਸ਼ੇਵ ਨਾ ਕਰਨ ਕਰਕੇ ਚਿਹਰਾ ਵਧੇਰੇ ਬੇਰੌਣਕਾ ਅਤੇ ਉਤਰਿਆ ਹੋਇਆ ਜਾਪਦਾ ਏ। ਰਾਮ ਪਿਆਰੀ ਉੱਠ ਕੇ ਦਰਵਾਜ਼ੇ ਵੱਲ ਜਾਣਾ ਚਾਹੁੰਦੀ ਹੈ, ਪਰ ਮਦਨ ਆਪ ਹੀ ਹੁਣ ਬਰਾਂਡੇ ਵਿੱਚ ਆ ਗਿਆ ਏ। ਰਾਮ ਪਿਆਰੀ ਉਹਦੇ ਵੱਲ ਸਿਰ ਤੋਂ ਪੈਰਾਂ ਤੀਕ ਤੱਕਦੀ ਰਹਿ ਜਾਂਦੀ ਏ, ਜਿਵੇਂ ਪਛਾਣਿਆ ਨਹੀਂ ਹੁੰਦਾ। ਹੁਣ ਮਦਨ ਲਾਲ ਦੀ ਬੇਟਾ ਉੱਪਰ ਦੇਖ ਲਿਆ ਕਿ ਉਹ ਵਿਚਾਰਾ ਘਰੋਂ ਗਿਆ ਹੋਇਆ, ਭੱਜਿਆ ਹੋਇਆ ਹੁੰਦਾ। ਅਸਲ 'ਚ ਉਹਨੇ ਕੀਤੀ ਨਹੀਂ ਹੁੰਦੀ। ਮੈਲੇ ਕੁਚਲੇ ਕੱਪੜੇ, ਸਿਰ 'ਤੇ ਪੱਗ, ਅਤੇ ਇੱਕ ਸਿਰ 'ਤੇ ਮੱਥੇ 'ਤੇ ਸੱਟ ਲੱਗੀ ਹੋਈ ਆ, ਪੱਟੀ ਵੀ ਦਿਖਦੀ ਆ ਪੱਗ ਨੀਚੋਂ ਦੀ। ਅਤੇ ਰਾਮ ਪਿਆਰੀ ਉਹਨੂੰ ਬੜੀ ਉਤਸੁਕਤਾ ਨਾਲ ਦੇਖਦੀ ਹੈ ਵੀ ਕੌਣ ਹੋਇਆ, ਪਹਿਚਾਣ ਨਹੀਂ ਸਕਦੀ ਉਹਨਾਂ ਨੂੰ। ਮਦਨ, ਮਾਸੀ ਮੈਂ ਆ, ਪਛਾਣਦੀ ਨਹੀਂ, ਮੈਂ ਮਦਨ। ਰਾਮ ਪਿਆਰੀ, ਤੂੰ ਮਦਨ? ਸਿਰ ਤੋਂ ਪੈਰਾਂ ਵੱਲ ਅਤੇ ਪੈਰਾਂ ਤੋਂ ਸਿਰ ਵੱਲ ਦੇਖਦੀ ਹੋਈ, ਤੂੰ ਮਦਨ, ਇਹ ਕੀ ਹਾਲ ਬਣਾਇਆ ਏ ਤੇਰਾ? ਆ ਬੈਠ, ਮੈਨੂੰ ਦੱਸ। ਉਹਨੂੰ ਫੜ ਕੇ ਕੁਰਸੀ ਵੱਲ ਲਿਆਉਂਦੀ ਹੈ। ਕਹਿੰਦੀ ਕੀ ਹਾਲ ਬਣਾਇਆ, ਅੱਜ ਬੈਠ, ਮੈਨੂੰ ਦੱਸ, ਇੱਦਾਂ ਕਿਵੇਂ ਦਾ ਹੁਲੀਆ ਬਣਾਈ ਫਿਰਦਾ? ਮਦਨ, ਦੱਸਣਾ ਮਾਸੀ, ਟਰੰਕੀ ਅੰਦਰ ਕਰ ਲਵਾਂ? ਟਰੰਕੀ ਨੂੰ ਚੁੱਕ ਕੇ ਅੰਦਰ ਲੈ ਜਾਂਦਾ ਏ। ਰਾਮ ਪਿਆਰੀ, ਹੇ ਭਗਵਾਨ! ਮਦਨ, ਮਦਨ ਕਿੱਧਰੋਂ? ਨਾ ਖੱਤ ਨਾ ਪੱਤਰ। ਮਦਨ ਬਾਹਰ ਨਿਕਲਦਾ ਹੋਇਆ, ਮਾਸੀ ਜੀ, ਜੇ ਮੈਂ ਲਿਖ ਸਕਦਾ ਤਾਂ ਲਿਖਦਾ। ਰਾਮ ਪਿਆਰੀ, ਪਿੱਛੇ ਘਰ ਸੁੱਖ ਸਾਂਦੇ? ਮਦਨ, ਹੋਣੀ ਏ, ਮੈਨੂੰ ਨਹੀਂ ਪਤਾ, ਮੈਨੂੰ ਤੀਜਾ ਚੌਥਾ ਮਹੀਨਾ ਹੋਇਆ ਏ ਘਰੋਂ ਨਿਕਲਿਆ। ਕੁਰਸੀ ਉੱਤੇ ਬੈਠ ਜਾਂਦਾ ਏ। ਕਹਿੰਦਾ ਠੀਕ ਠਾਕ ਹੋਣਗੇ ਮਾਸੀ, ਮੈਨੂੰ ਤਾਂ 3 ਮਹੀਨੇ ਹੋ ਗਏ ਘਰੋਂ ਨਿਕਲੇ ਨੂੰ। ਰਾਮ ਪਿਆਰੀ, ਘਰੋਂ ਨਿਕਲਿਆ? ਕਿਉਂ, ਕੀ ਹੋਇਆ ਏ? ਨਾਰਾਜ਼ ਹੋ ਕੇ ਨਿਕਲ ਆਇਆ ਏ? ਕਹਿੰਦੀ ਨਾਰਾਜ਼ ਹੋ ਕੇ ਆ ਗਿਆ ਘਰੋਂ। ਮਦਨ, ਤਕਦੀਰ, ਤਕਦੀਰ ਮਾਸੀ, ਖੋਟੀ ਕਿਸਮਤ। ਲੰਮਾ ਸਾਰਾ ਹੌਂਕਾ। ਓਹੋ। ਹੁਣ ਉਹ ਕਹਿੰਦਾ ਮਾਸੀ ਮੇਰੀ ਖੋਟੀ ਕਿਸਮਤ ਹੈ ਵੀ ਤਕਦੀਰ ਦੇ ਧੱਕੇ ਖਾਂਦਾ ਫਿਰਦਾ 3 ਮਹੀਨਿਆਂ ਤੋਂ। ਰਾਮ ਪਿਆਰੀ, ਜਿਵੇਂ ਕੁਝ ਦੱਸ ਤਾਂ ਸਹੀ, ਮੇਰੇ ਜੀ ਨੂੰ ਡੋਬ ਪੈਂਦੇ ਨੇ। ਹੁਣ ਕਹਿੰਦੀ ਮੇਰਾ ਮਨ ਕਾਲਾ ਪੈ ਰਿਹਾ, ਕੁਛ ਦੱਸ ਤਾਂ ਸਹੀ, ਕੀ ਹੋ ਗਿਆ, ਤੂੰ 3 ਮਹੀਨਿਆਂ ਤੋਂ ਘਰੋਂ ਬਾਹਰ ਕਿਉਂ ਆ? ਮਦਨ, ਦੱਸਣਾ ਮਾਸੀ, ਦੱਸਣਾ, ਮੈਨੂੰ ਦਮ ਲੈਣ ਦੇ ਮਾਸੀ। ਮਦਨ ਸਿਰ ਨੂੰ ਦੋਹਾਂ ਹੱਥਾਂ 'ਚ ਲੈ ਕੇ ਜਿਵੇਂ ਫਿਕਰਮੰਦ ਹੁੰਦਾ ਏ, ਦੋਵੇਂ ਹੱਥਾਂ ਦੇ ਵਿੱਚ ਸਿਰ ਨੂੰ ਰੱਖ ਕੇ ਟੈਨਸ਼ਨ ਦੇ ਵਿੱਚ ਉਹ ਜਿਵੇਂ ਆਪਾਂ ਬੈਠੇ ਹੁੰਦੇ ਹਾਂ, ਇਸ ਤਰ੍ਹਾਂ ਆਪਣੀ ਮਾਸੀ ਨੂੰ ਕਹਿੰਦਾ, ਮਾਸੀ ਖੜ੍ਹ ਜਾ, ਮੈਨੂੰ ਦਮ ਲੈ ਲੈਣ ਤੇ ਦੱਸਦਾ ਸਾਰੀ ਗੱਲ। ਰਾਮ ਪਿਆਰੀ ਉਹਦੇ ਵੱਲ ਵੇਖ ਕੇ ਅਤੇ ਘਬਰਾਈ ਹੋਈ ਆਵਾਜ਼ 'ਚ, ਹੇ ਭਗਵਾਨ, ਭਗਵਾਨ, ਜਿਵੇਂ ਆਪਾਂ ਕਹਿੰਦੇ ਵੀ ਹੇ ਰੱਬਾ, ਹੇ ਰੱਬਾ, ਵਾਹਿਗੁਰੂ ਵਾਹਿਗੁਰੂ, ਕੀ ਹੋ ਗਿਆ ਇਹਨੂੰ ਮੁੰਡੇ ਨੂੰ ਟੈਨਸ਼ਨ 'ਚ ਇੰਨੀ 'ਚ? ਮਦਨ, ਮਾਸੀ ਜੀ ਕੀ ਦੱਸਾਂ ਤੈਨੂੰ, ਜਿੱਦਾਂ ਸ਼ਿਕਾਰ ਪਿੱਛੇ ਕੁੱਤੇ ਪਏ ਹੋਏ ਹੋਣ ਅਤੇ ਉਹ ਹੌਂਕਦਾ ਅਤੇ ਲੁਕਦਾ ਫਿਰਦਾ ਏ, ਮੇਰਾ ਉਹ ਹਾਲ ਏ। ਰਾਮ ਪਿਆਰੀ, ਹਾਏ ਹਾਏ, ਤੇਰੇ ਪਿੱਛੇ ਕੁੱਤੇ ਕਿੱਥੋਂ ਪੈ ਗਏ? ਮਦਨ ਦੁੱਖ ਭਰੀ ਆਵਾਜ਼ ਵਿੱਚ, ਮਾਸੀ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਏ, ਮੈਂ ਥਾਂ ਥਾਂ ਨੱਠਦਾ ਲੁਕਦਾ ਫਿਰਦਾ। ਅਰਮਾਨ ਭਰੇ ਲਹਿਜੇ ਵਿੱਚ, ਮਾਸੀ ਇੱਥੇ ਪੁਲਿਸ ਤਾਂ ਨਹੀਂ ਆ ਸਕਦੀ? ਨਹੀਂ ਨਹੀਂ, ਨਹੀਂ ਨਾ ਆ ਸਕਦੀ। ਕਹਿੰਦਾ ਨਹੀਂ ਨਾ ਆ ਸਕਦੀ, ਉਰੇ ਤਾਂ ਨਹੀਂ ਮਾਸੀ ਕਹਿੰਦਾ ਪੁਲਿਸ ਆਉਂਦੀ। ਰਾਮ ਪਿਆਰੀ, ਲੈ ਪੁਲਿਸ ਇੱਥੇ ਖੇ ਖਾਣ ਆਉਣਾ ਏ? ਸਦਕੇ ਕੀਤੀ, ਘਬਰਾ ਨਾ, ਘਬਰਾ ਨਾ, ਤੇਰੀ ਹਾਲਤ ਵੇਖ ਕੇ ਮੇਰਾ ਜੀ ਪਿਆ ਖੁੱਸਦਾ ਏ, ਮੈਨੂੰ ਸਾਰੀ ਗੱਲ ਦੱਸ। ਕਹਿੰਦੀ ਕੋਈ ਨਹੀਂ, ਘਬਰਾ ਨਾ, ਘਬਰਾ ਨਾ, ਉਰੇ ਨਹੀਂ ਆਉਂਦੀ ਪੁਲਿਸ, ਤੇਰੇ ਨਾਲ ਕੀ ਵਾਪਰਿਆ ਮੈਨੂੰ ਪਹਿਲਾਂ ਗੱਲਬਾਤ ਦੱਸ ਵੀ ਕੀ ਅਸਲ 'ਚ ਕਹਾਣੀ ਕੀ ਆ। ਮਦਨ ਆਪਣੇ ਆਪ ਨਾਲ, ਦੱਸਣਾ, ਅੰਦਰ ਚੱਲ ਕੇ, ਅੰਦਰ ਚੱਲ ਕੇ। ਕਹਿੰਦਾ ਦੱਸਦਾ, ਆ ਜਾ ਅੰਦਰ, ਅੰਦਰ ਬਹਿ ਕੇ ਗੱਲ ਕਰਦੇ ਹਾਂ। ਰਾਮ ਪਿਆਰੀ, ਹੈ ਕਮਲਾ, ਹੈ ਕਮਲਾ, ਤੂੰ ਬੇਸ਼ੱਕ ਗੱਲ ਕਰ, ਇੱਥੇ ਕੋਈ ਨਹੀਂ ਆਉਂਦਾ। ਕਹਿੰਦੀ ਹੈ ਕਮਲਾ, ਕੋਈ ਗੱਲ ਨਹੀਂ, ਜਿਹੜੀ ਤੇਰੇ ਮਨ 'ਚ ਗੱਲ ਆ ਮੈਨੂੰ ਖੁੱਲ੍ਹ ਕੇ ਦੱਸ ਕੀ ਗੱਲ ਆ। ਮਦਨ ਦਰਵਾਜ਼ੇ ਵੱਲ ਇਸ਼ਾਰਾ ਕਰਕੇ, ਖੁੱਲ੍ਹਾ? ਕਹਿੰਦਾ ਮਾਸੀ ਦਰਵਾਜ਼ਾ ਖੁੱਲ੍ਹਾ। ਰਾਮ ਪਿਆਰੀ, ਮੈਂ ਕੁੰਡੀ ਲਾ ਦਿੰਦੀ ਹਾਂ, ਉੱਠ ਕੇ ਦਰਵਾਜ਼ਾ ਬੰਦ ਕਰ ਦਈਏ। ਲੈ ਹੁਣ ਕਾਹਦਾ ਫਿਕਰ ਏ, ਦੱਸ ਮੈਨੂੰ। ਪਟੜੀ ਖਿਸਕਾ ਕੇ ਕੁਰਸੀ ਦੇ ਕੋਲ ਕਰ ਲੈਂਦੀ ਹੈ। ਕਹਿੰਦੀ ਲੈ ਹੁਣ ਦੱਸ ਮੈਨੂੰ ਕੀ ਗੱਲ ਆ। ਮਦਨ ਰਾਜ਼ਦਾਰੀ ਲਹਿਜੇ ਵਿੱਚ, ਮਾਸੀ ਮੈਂ ਰੁਪਇਆ ਨਹੀਂ ਚੁੱਕਿਆ, ਮੈਂ ਚੋਰ ਨਹੀਂ, ਮੈਂ ਗਬਨ ਨਹੀਂ ਕੀਤਾ,
ਹੁਣ ਮਾਸੀ ਨੂੰ ਪਤਾ ਲੱਗ ਗਿਆ ਵੀ ਬਾਕੀ ਕੋਈ ਚੋਰੀ ਦਾ ਮਸਲਾ ਜਿਹੜਾ ਇਹ ਇਦਾਂ ਦੀਆਂ ਗੱਲਾਂ ਕਰਦਾ। ਰਾਮ ਪਿਆਰੀ ਚੋਰੀ ਗਵਨ ਇਹ ਕੀ ਪਿਆ ਗੱਲਾਂ ਕਰਦਾ ਏ। ਮਦਨ ਕਿਸਮਤ ਨੇ ਦਗਾ ਦਿੱਤਾ ਮਾਸੀ, ਮੇਰੇ ਨਾਲ ਦਾ ਕਲਰਕ ਭੂਸ਼ਣ, ਅਸੀਂ ਦੋਵੇਂ ਇੱਕ ਦਫ਼ਤਰ ਵਿੱਚ ਸਾਂ ਨਾ। ਕਹਿੰਦਾ ਅਸੀਂ ਦੋਏ, ਮੈਂ ਤੇ ਮੇਰਾ ਦੋਸਤ ਕਲਰਕ ਭੂਸ਼ਣ, ਅਸੀਂ ਇੱਕ ਦਫ਼ਤਰ 'ਚ ਕੰਮ ਕਰਦੇ ਸੀ ਨਾ। ਰਾਮ ਪਿਆਰੀ ਹਾਂ ਹਾਂ ਫੇਰ ਕੀ ਹੋਇਆ, ਹੋਇਆ ਕੀ। ਮਦਨ ਉਹਨੇ ਮੈਨੂੰ ਪੁਸਲਾਇਆ, ਮੇਰੀ ਅਕਲ 'ਤੇ ਪਰਦਾ ਪੈ ਗਿਆ, ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ। ਬੁੱਧੂ ਬੁੱਧੂ ਮੈਂ ਬੁੱਧੂ ਹਾਂ। ਉਹ ਰੁਪਈਆ ਲੈ ਕੇ ਉੱਡ ਗਿਆ। ਉਹ ਕਹਿੰਦਾ ਉਹ ਪੈਸੇ ਲੈ ਕੇ ਭੱਜ ਗਿਆ। ਅਤੇ ਭੂਸ਼ਣ ਮੈਂ ਕਹਿੰਦਾ ਹੁਣ ਪੁਲਿਸ ਮੈਨੂੰ ਲੱਭਦੀ ਆ। ਰਾਮ ਪਿਆਰੀ ਫਿਰ ਤੈਨੂੰ ਕੀ, ਤੂੰ ਤਾਂ ਰੁਪਈਆ ਲਿਆਇਆ ਹੀ ਨਹੀਂ। ਕਹਿੰਦੀ ਫਿਰ ਤੈਨੂੰ ਕੀ, ਤੂੰ ਤਾਂ ਰੁਪਈਆ ਲਿਆ ਹੀ ਨਹੀਂ। ਕਹਿੰਦੀ ਤੂੰ ਤਾਂ ਲੈ ਕੇ ਨਹੀਂ ਆਇਆ ਪੈਸੇ। ਮਦਨ ਵੇਖਿਆ ਨਹੀਂ, ਕਹਿੰਦਾ ਸੀ ਅੱਧੋ ਅੱਧ ਦਿਆਂਗਾ, ਮੈਂ ਲਾਲਚ ਵਿੱਚ ਆ ਗਿਆ। ਰਾਮ ਪਿਆਰੀ ਕਿੰਨਾ ਕੁ ਸੀ ਰੁਪਈਆ। ਮਦਨ 48,000 48,000 48,000 ਰੁਪਈਆ ਸੀ ਕਹਿੰਦਾ। ਰਾਮ ਪਿਆਰੀ 48,000 ਹੇ ਰਾਮ, ਆਪੇ ਪੁਲਿਸ ਉਹਨੂੰ ਫੜ ਲਏਗੀ, ਤੈਨੂੰ ਕੀ। ਮਦਨ ਉਹ ਤਾਂ ਫੜਿਆ ਗਿਆ ਏ। ਰਾਮ ਪਿਆਰੀ ਬਸ ਫਿਰ ਤੂੰ ਕਿਉਂ ਨੱਠਦਾ ਫਿਰਦਾ ਏ, ਆਪੇ ਸੱਚੋ ਸੱਚ ਨਿੱਤਰ ਜਾਵੇਗਾ। ਮਦਨ ਉਹਨੇ ਪੁਲਿਸ ਨੂੰ ਮੇਰੇ ਪਿੱਛੇ ਲਾ ਦਿੱਤਾ ਏ, ਕਹਿੰਦਾ ਇਹ ਰੁਪਈਆ ਮੇਰੇ ਕੋਲ ਏ। ਕਹਿੰਦਾ ਹੁਣ ਪੁਲਿਸ ਨੂੰ ਉਹ ਕਹਿ ਰਿਹਾ ਕਿ ਪੈਸੇ ਤਾਂ ਮਦਨ ਲੈ ਕੇ ਭੱਜ ਗਿਆ। ਰਾਮ ਪਿਆਰੀ ਪਰ ਤੂੰ ਲਿਆ ਹੀ ਨਹੀਂ, ਤੈਨੂੰ ਕਾਹਦਾ ਡਰ। ਕਹਿੰਦੀ ਜਦੋਂ ਤੂੰ ਪੈਸਾ ਲਿਆ ਹੀ ਨਹੀਂ, ਤੂੰ ਕਾਹਤੋਂ ਡਰਦਾ। ਮਦਨ ਮਾਸੀ ਮੇਰੀ ਕਿਸੇ ਨਹੀਂ ਸੁਣਨੀ, ਕਿਸੇ ਨਹੀਂ ਮੰਨਣੀ। ਕਹਿੰਦਾ ਮੇਰੀ ਕਿਹਨੇ ਸੁਣਨੀ ਹੈ ਮਾਸੀ। ਰਾਮ ਪਿਆਰੀ ਤੂੰ ਐਵੇਂ ਨਾ ਪਿਆ ਘਬਰਾ। ਮਦਨ ਪੁਲਿਸ ਡੰਡਿਆਂ ਨਾਲ ਮੇਰੇ ਹੱਡ ਭੰਨ ਸੁੱਟੇਗੀ, ਮੈਨੂੰ ਕੁੱਟ ਕੁੱਟ ਕੇ ਬਕਾ ਲਵੇਗੀ। ਕਹਿੰਦਾ ਮੈਨੂੰ ਕੁੱਟੂਗੀ ਪੁਲਿਸ ਹੁਣ। ਰਾਮ ਪਿਆਰੀ ਹਾਏ ਹਾਏ। ਮਦਨ ਮੇਰੇ ਕੋਲ ਪੁਲਿਸ ਦੀ ਫੰਡ ਨਹੀਂ, ਜਾਂ ਅਸੀਂ ਕਹਿੰਦੇ ਵੀ ਕੁੱਟਾ ਜਾਂ ਡੰਡ ਨਹੀਂ ਚੱਲ ਹੋਣੀ, ਮੈਂ ਮਰ ਜਾਵਾਂਗਾ। ਓਏ ਮੇਰਿਆ ਰੱਬਾ, ਹੁਣ ਉਹ ਡਰਿਆ ਬੈਠਾ ਮਦਨ। ਰਾਮ ਪਿਆਰੀ ਕੀ ਕਹਿੰਦੀ ਹੈ, ਸੁੱਕੀ ਸੰਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ, ਘਬਰਾ ਨਾ, ਚੱਲ ਅੰਦਰ ਹੱਥ ਮੂੰਹ ਧੋ ਕੇ, ਅਤੇ ਹੁਣੇ ਤੇਰਾ ਵੀਰਾ ਦਫ਼ਤਰੋਂ ਆਉਂਦਾ, ਇਹ ਤਾਂ ਤੁਹਾਨੂੰ ਚਾਹ ਬਣਾ ਕੇ ਦੇਣੀ ਆ। ਮਦਨ ਅੰਦਰ ਚਲਿਆ ਜਾਂਦਾ ਹੈ। ਰਾਮ ਪਿਆਰੀ ਫਿਰ ਸਬਜ਼ੀ ਚੀਰਨ ਲੱਗ ਪੈਂਦੀ ਹੈ। ਹੁਣ ਮਦਨ ਅੰਦਰ ਚਲਾ ਗਿਆ। ਹੁਣ ਉਹਦਾ ਇੱਕ ਮਾਸੀ ਦਾ ਮੁੰਡਾ, ਉਹ ਵੀ ਦਫ਼ਤਰੋਂ ਆਉਣਾ। ਰਾਮ ਪਿਆਰੀ ਖਬਰੇ ਕੀ ਕਰ ਬੈਠਾ ਏ ਮੁੰਡਾ, ਜੀ ਭਿਆਣਾ ਸਾਡੇ ਆ ਵੜਿਆ ਏ, ਲਾਜ ਰੱਖੀ ਭਗਵਾਨ। ਇਸ ਵੇਲੇ ਹਰੀ ਚੰਦ ਜੋ ਡਾਕਟਰ ਦਿਓਂ ਪਰਤ ਕੇ ਆਇਆ ਏ, ਦਰਵਾਜ਼ਾ ਕੁੰਡੀ ਲੱਗਾ ਵੇਖ ਕੇ ਕਾਲਾ ਪੈ ਕੇ ਖੜਕਾਉਂਦਾ ਏ ਵੀ ਬਾਹਰ ਕਾਹਤੋਂ ਲੱਗਿਆ ਪਿਆ, ਮੈਂ ਤਾਂ ਖੁੱਲ੍ਹਾ ਛੱਡ ਕੇ ਗਿਆ ਸੀ। ਉਹ ਆ ਗਿਆ ਹੁਣ ਹਰੀ ਚੰਦ। ਦਰਵਾਜ਼ਾ ਜ਼ੋਰ ਨਾਲ ਖੜਕਾਉਣ ਦੀ ਆਵਾਜ਼ ਸੁਣ ਕੇ ਰਾਮ ਪਿਆਰੀ ਤਰਕ ਪੈਂਦੀ ਹੈ। ਉਹਨੂੰ ਲੱਗਿਆ ਕਿਤੇ ਪੁਲਿਸ ਤਾਂ ਨਹੀਂ ਆ ਗਈ। ਆਪਣੇ ਖਿਆਲ ਵਿੱਚ ਉਹਨੂੰ ਇੰਝ ਜਾਪਿਆ ਜਿਵੇਂ ਪੁਲਿਸ ਨੇ ਆ ਦਰਵਾਜ਼ਾ ਭੰਨਿਆ ਏ। ਰਾਮ ਪਿਆਰੀ ਬੈਠੀ ਬੈਠੀ ਆਪ ਘਰ ਨਹੀਂ ਹੈਗੇ, ਜਰਾ ਠਹਿਰ ਕੇ ਆਇਓ ਭਾਈ। ਮਤਲਬ ਆਪ ਘਰ ਨਹੀਂ ਹੈਗੀ, ਮੇਰੇ ਘਰ ਵਾਲਾ ਘਰੇ ਨਹੀਂ ਭਾਈ, ਕੌਣ ਆ, ਫੇਰ ਆਇਓ ਠਹਿਰ ਕੇ। ਹਰੀ ਚੰਦ ਬਾਹਰੋਂ ਉਹ ਦਰਵਾਜ਼ਾ ਵੀ ਖੋਲ੍ਹ ਲਿਆ, ਜਾਓ ਦਰਵਾਜ਼ਾ ਵੀ ਖੋਲ੍ਹਣਾ, ਕੁੰਡੀ ਕਿਉਂ ਚਾੜ੍ਹ ਛੱਡੀਏ। ਹੁਣ ਉਹ ਬਾਹਰੋਂ ਹਾਕ ਮਾਰਦਾ, ਕਹਿੰਦਾ ਦਰਵਾਜ਼ਾ ਖੋਲ੍ਹ, ਕੁੰਡਾ ਕਿਉਂ ਲਾਈ ਬੈਠੀ ਅੰਦਰੋਂ। ਰਾਮ ਪਿਆਰੀ ਆਈ ਜੀ ਆਈ, ਦੌੜ ਕੇ ਦਰਵਾਜ਼ਾ ਖੋਲ੍ਹਦੀ ਏ ਅਤੇ ਹਰੀ ਚੰਦ ਦਵਾਈ ਵਾਲੀ ਸੀਸੀ ਹੱਥ ਵਿੱਚ ਫੜੀ ਅੰਦਰ ਆਉਂਦਾ ਏ। ਮੈਂ ਜਾਤਾਂ ਪੁਲਿਸ ਵਾਲੇ ਦਰਵਾਜ਼ਾ ਭੰਨ ਡਏ ਹੋਏ ਨੇ। ਕਹਿੰਦੀ ਮੈਨੂੰ ਲੱਗਿਆ ਕਿਤੇ ਪੁਲਿਸ ਵਾਲੇ ਦਰਵਾਜ਼ਾ ਭੰਨ ਰਹੇ ਨੇ। ਹੁਣ ਉਹਦੇ ਮੂੰਹ 'ਚੋਂ ਹੀ ਨਿਕਲ ਗਈ ਗੱਲ ਜਿਹੜੀ ਉਹ ਛੁਪਾਉਣਾ ਚਾਹੁੰਦੀ ਸੀ ਵੀ ਘਰੇ ਕੌਣ ਆਇਆ। ਹਰੀ ਚੰਦ ਪੁਲਿਸ ਵਾਲੇ, ਉਹਨਾਂ ਦਾ ਕੀ ਕੰਮ ਹੈ ਇੱਥੇ ਆਉਣ ਦਾ। ਬੈਠੀ ਬੈਠੀ ਊਂਘ ਪਈਏ। ਕਹਿੰਦਾ ਕੀ ਨੀਂਦ ਆ ਗਈ, ਕੀ ਬੋਲੀ ਜਾਨੀ ਹੈ, ਕੋਈ ਭੈੜਾ ਸੁਪਨਾ ਆ ਗਿਆ ਹੀ ਕੀ। ਕਹਿੰਦਾ ਕੋਈ ਸੁਪਨਾ ਆ ਗਿਆ ਭੈੜਾ, ਕੀ ਬੋਲਦੀ ਪਈਆਂ। ਰਾਮ ਪਿਆਰੀ ਬੜੀ ਬਿਪਤਾ ਪਈਏ, ਪਰ ਪਹਿਲੋਂ ਮੈਨੂੰ ਡਾਕਟਰ ਦੀ ਗੱਲ ਦੱਸ ਦਿਓ, ਦੱਸ ਲਓ ਛੇਤੀ ਛੇਤੀ। ਕਹਿੰਦੀ ਵੀ ਕੋਈ ਬਿਪਤਾ ਆ ਗਈ ਘਰੇ। ਕਹਿੰਦੀ ਪਰ ਮੈਨੂੰ ਤੁਸੀਂ ਦੱਸੋ ਡਾਕਟਰ ਕੀ ਕਹਿੰਦਾ। ਹਰੀ ਚੰਦ ਉਹ ਵੀ ਬਿਪਤਾ ਹੀ ਏ। ਕਹਿੰਦਾ ਜਿਹੜੀ ਡਾਕਟਰ ਨੇ ਦੱਸੀ ਉਹ ਵੀ ਬਿਪਤਾ ਹੀ ਹੈ। ਰਾਮ ਪਿਆਰੀ ਕਿਉਂ, ਕੀ ਬਿਮਾਰੀ ਦੱਸੀ ਏ। ਹਰੀ ਚੰਦ ਉਹ ਕੋਈ ਇੱਕ ਹੋਵੇ ਤਾਂ ਦੱਸਾਂ, ਉਹਨੇ ਕੋਈ 10 ਗਿਣਾ ਦਿੱਤੀਆਂ ਨੇ। ਦਿਲ ਦੀ ਖਰਾਬੀ, ਖੂਨ ਦੀ ਕਮੀ, ਦਿਲ ਦੀ ਧੜਕਣ, ਫੇਫੜੇ ਖਰਾਬ, 12 ਮਾਸੀ ਜ਼ੁਕਾਮ, ਗੱਲ ਕੀ ਪੈਰਾਂ ਤੋਂ ਲੈ ਕੇ ਸਿਰ ਤੀਕਰ ਕੋਈ ਥਾਂ ਨਹੀਂ ਜਿੱਥੇ ਬਿਮਾਰੀ ਨਾ ਹੋਵੇ।
ਹੁਣ ਹਰੀ ਚੰਦ ਨੂੰ ਇੰਨੀਆਂ ਬਿਮਾਰੀਆਂ ਨੇ ਬੇਟਾ ਜਿਹੜਾ ਘੇਰਿਆ ਹੋਇਆ ਹੁੰਦਾ। ਰਾਮ ਪਿਆਰੀ ਹਰੇ ਰਾਮ ਹਰੀ ਚੰਦ ਤੈਨੂੰ ਆਖਿਆ ਹੈ ਨਾ ਪਿੱਛੋਂ ਜਾਂਦਿਆਂ ਨੂੰ ਆਵਾਜ਼ ਨਾ ਮਾਰਿਆ ਕਰ। ਰਾਮ ਪਿਆਰੀ ਦਵਾਈ ਦਿੱਤੀ ਏ। ਹਰੀ ਚੰਦ ਸੀਸੀ ਵਿਖਾ ਕੇ ਇਹ ਪੀਣ ਵਾਲੀ ਲਈ, ਇਹ ਪੁੜੀਆਂ ਫੱਕਣੇ ਲਈ, ਇਹ ਗੋਲੀਆਂ ਖਾਣ ਦੇ ਲਈ 12 ਟੀਕੇ। ਕਹਿੰਦਾ ਇੰਨਾ ਕੁਛ ਮੇਰਾ ਇਲਾਜ ਕਰਨਾ ਹੁਣ ਡਾਕਟਰ ਨੇ। ਰਾਮ ਪਿਆਰੀ ਹੇ ਰਾਮ ਇੱਕੋ ਵਾਰ 12। ਹਰੀ ਚੰਦ ਨਹੀਂ ਹਟ ਕੇ, ਅਤੇ ਜੇ ਫਿਰ ਵੀ ਆਰਾਮ ਨਾ ਆਇਆ ਤਾਂ ਸਾਰੇ ਦੇ ਸਾਰੇ ਟੈਸਟ ਕਰਾਉਣੇ ਪੈਣਗੇ। ਫਿਰ ਕਹਿੰਦਾ ਸਾਰੇ ਟੈਸਟ ਦੁਬਾਰਾ ਕਰਾਉਣੇ ਪੈਣਗੇ। ਰਾਮ ਪਿਆਰੀ ਹੇ ਰਾਮ ਹਰੀ ਚੰਦ ਖੂਨ ਦਾ ਟੈਸਟ, ਥੁੱਕ ਦਾ ਅਤੇ ਜਿਨ੍ਹਾਂ ਚੀਜ਼ਾਂ ਦਾ ਨਾਂ ਨਹੀਂ ਲੈਣਾ ਉਹਨਾਂ ਦਾ ਵੀ, ਫਿਰ ਜਿਗਰ ਦੀ ਫੋਟੋ, ਛਾਤੀ ਦੀ ਫੋਟੋ, ਅੱਖਾਂ ਵਿਖਾਓ, ਦੰਦ ਕਢਾਓ। ਕਹਿੰਦਾ ਇਹ ਸਾਰੇ ਟੈਸਟ ਦੁਬਾਰਾ ਫੇਰ ਕਰਨੇ ਪੈਣਗੇ। ਰਾਮ ਪਿਆਰੀ ਹੇ ਰਾਮ ਅਤੇ ਬਾਕੀ ਕੀ ਰਹਿ ਗਿਆ। ਹਰੀ ਚੰਦ ਬਾਕੀ ਰਹਿ ਗਿਆ ਪੋਸਟਮਾਰਟਮ। ਮਤਲਬ ਬਹੁਤ ਵਿਚਾਰਾ ਦੁਖੀ ਆ ਵੀ ਕਹਿੰਦਾ ਹੁਣ ਬਾਕੀ ਤਾਂ ਮਾਰ ਕੇ ਪੜ ਝੀੜ ਕਰਨਗੇ, ਸਾਰਾ ਕੁਛ ਦਾ ਮੇਰੇ ਟੈਸਟ ਹੋਣੇ ਨੇ। ਰਾਮ ਪਿਆਰੀ ਡਾਕਟਰਾਂ ਕਹੀ ਅੱਤ ਚੁੱਕੀਏ, ਨਵੇਂ ਤੋਂ ਨਵਾਂ ਭਰਮ ਪਾਉਂਦੇ ਨੇ, ਤੁਸੀਂ ਕਿਸੇ ਵੈਦ ਕੋਲ ਜਾਓ। ਹਰੀ ਚੰਦ ਵੈਦਾਂ ਦੀ ਗੱਲ ਵੀ ਰਹਿਣ ਦੇ, ਸਾਰੇ ਇੱਕੋ ਰੱਸੇ ਫਾਹੇ ਦੇਣ ਵਾਲੇ ਨੇ, ਇਹ ਤਾਂ ਰੋਲ ਕੇ ਮਾਰਦੇ ਨੇ। ਇਹਦੇ ਨਾਲੋਂ ਤਾਂ ਬੰਦਾ ਸ਼ਰਾਬਤ ਨਾਲ ਮਰ ਜਾਵੇ ਤਾਂ 100 ਚੰਗਾ। ਰਾਮ ਪਿਆਰੀ ਹਾਏ ਛੱਡੋ ਪਰੇ ਇਹਨਾਂ ਵਿਸ਼ਵਾਸਾਂ ਨੂੰ ਅਤੇ ਮੇਰੀ ਗੱਲ ਸੁਣੋ, ਇੱਕ ਹੋਰ ਮੁਸੀਬਤ ਆ ਪਈ ਜੇ। ਹਰੀ ਚੰਦ ਅੱਗੇ ਮੁਸੀਬਤਾਂ ਕੋਈ ਘੱਟ ਸਨ? ਦੱਸ ਹੁਣ ਢਿੱਲ ਨਾ ਕਰ। ਰਾਮ ਪਿਆਰੀ ਤੁਸੀਂ ਧਿਆਨ ਨਾਲ ਸੁਣੋ ਤਾਂ ਦੱਸਾਂ। ਹਰੀ ਚੰਦ ਐਨਕ ਲਾ ਲਵਾਂ? ਕਹਿੰਦਾ ਖੜ ਜਾ ਮੈਂ ਐਨਕ ਲਾ ਲਾਂ। ਰਾਮ ਪਿਆਰੀ ਮਦਨ ਆਇਆ ਹੋਇਆ ਏ, ਜਦੋਂ ਦਾ ਆਇਆ ਏ ਮੈਨੂੰ ਥੱਥੇ ਪੱਥੇ ਪਏ ਹੋਏ ਨੇ ਵੀ ਮੇਰੇ, ਮਤਲਬ ਅਸੀਂ ਕਹਿੰਦਾ ਔਲ ਭੌਲ ਹੋਏ ਪਏ, ਮੈਨੂੰ ਸਮਝ ਨਹੀਂ ਆ ਰਹੀ, ਬਹੁਤ ਮੈਨੂੰ ਘਬਰਾਹਟ ਹੋ ਰਹੀ ਹੈ, ਮੈਂ ਦੁਚਿੱਤੀ 'ਚ ਪਈਆਂ। ਹਰੀ ਚੰਦ ਮਦਨ ਕੌਣ? ਰਾਮ ਪਿਆਰੀ ਹੈਂ ਭੁੱਲ ਗਏ ਹੋ, ਮੇਰਾ ਭਣੇਵਾ, ਭੈਣ ਗਿਆਨੋ ਦਾ ਪੁੱਤਰ, ਬੁਰੀ ਹਾਲਤ 'ਚ ਆ ਜਾਂ ਬੁਰੀ ਹਾਲਤ ਆ ਵਿਚਾਰੇ ਦੀ। ਹਰੀ ਚੰਦ ਫਿਰ ਉਹਨੂੰ ਵੀ ਡਾਕਟਰ ਦੇ ਲੈ ਜਾਵਾਂ? ਨਹੀਂ ਖੈਰ ਇਹ ਉਹ ਦਵਾਈ ਵੰਡ ਕੇ ਖਾ ਲਵਾਂਗੇ। ਕਹਿੰਦਾ ਮੈਂ ਡਾਕਟਰ ਦੇ ਲੈ ਜਾਣਾ? ਨਹੀਂ ਚਲੋ ਦਵਾਈ ਵੰਡ ਕੇ ਖਾ ਲਾਂਗੇ, ਉਹਦੇ ਵੀ ਬੁਰਾ ਹਾਲ ਹੈ। ਰਾਮ ਪਿਆਰੀ ਹਰੀ ਚੰਦ ਦੇ ਕੰਨ ਕੋਲ ਮੂੰਹ ਕਰਕੇ ਉਹਦੇ ਪਿੱਛੇ ਹੁਣ ਗੱਲ ਦੱਸਦੀ ਵੀ ਪੁਲਿਸ ਪਈ ਹੋਈ ਆ। ਹਰੀ ਚੰਦ ਗੱਲ ਟੁਕਦਿਆਂ ਹੋਇਆਂ ਅਜੇ ਮੈਂ ਬੋਲਾ ਨਹੀਂ ਹੋਇਆ, ਬੇਸ਼ੱਕ ਤੂੰ ਪਰੇ ਹੋ ਕੇ ਗੱਲ ਕਰ। ਉਹ ਕਹਿੰਦਾ ਇੱਥੇ ਖੜ ਕੇ ਗੱਲ ਕਰ। ਉਹ ਤਾਂ ਉਹਦੇ ਕੰਨ ਕੋਲੇ ਜਾ ਕੇ ਦੱਸਦੀ ਹੈ ਵੀ ਪਰਦੇ ਦੀ ਗੱਲ ਆ। ਰਾਮ ਪਿਆਰੀ ਰਾਜ਼ਦਾਰੀ ਨਾਲ ਉਹਦੇ ਪਿੱਛੇ ਪੁਲਿਸ ਲੱਗੀ ਹੋਈ ਏ, ਲੁਕਦਾ ਫਿਰਦਾ ਏ। ਹਰੀ ਚੰਦ ਕਾਲਾ ਪੈ ਕੇ ਤੇ ਤੂੰ ਕਿੱਧਰ ਦੀ ਸਿਆਣੀ ਏ, ਉਹਨੂੰ ਘਰ ਬਾੜ ਲਿਆਈ, ਅੱਗੇ ਡਾਕਟਰ ਸਾਡੇ ਪਿੱਛੇ ਲੱਗੇ ਹੋਏ ਨੇ, ਅਤੇ ਜੇ ਹੁਣ ਪੁਲਿਸ ਵੀ ਲੱਗ ਗਈ ਤਾਂ ਉੱਕਾ ਹੀ ਸਫਾਇਆ ਸਮਝ। ਰਾਮ ਪਿਆਰੀ ਉਹਨੇ ਰਾਤ ਦੀ ਰਾਤ ਅਟਕਣਾ ਏ, ਸਵੇਰੇ ਤੋਰ ਦਿਆਂਗੇ। ਮੈਂ ਕੀ ਕਰਦੀ, ਕਿਸੇ ਮੁਕੱਦਮੇ ਵਿੱਚ ਫਸ ਗਿਆ ਏ। ਹੁਣ ਦੱਸਦੀ ਹੈ ਵੀ ਉਹਦੇ ਨਾਲ ਕੀ ਵਾਪਰੀ। ਹਰੀ ਚੰਦ ਅਤੇ ਨਾਲ ਹੁਣ ਸਾਨੂੰ ਵੀ ਫਸਾਉਣਾ ਚਾਹੁੰਦੀ ਏ, ਸ਼ਾਬਾਸ਼ ਏ, ਤੇਰਾ ਵੀ ਮਾਂ ਦੀ ਬੱਚੀ ਏ। ਰਾਮ ਪਿਆਰੀ ਕਿਸੇ ਵੇਲੇ ਸੱਤ ਬਗਾਨੀ ਨੂੰ ਵੀ ਲੁਕਾਉਣਾ ਪੈਂਦਾ ਏ, ਇਹ ਤਾਂ ਫੇਰ ਆਪਣਾ ਏ। ਨਾਲੇ ਵੇਖਣਾ ਕਿ ਸੋਰ ਨਾਲ ਗੱਲ ਨਾ ਕਰ ਦੇਣਾ, ਕਿਤੇ ਉਹ ਬੜਬੋਲਾ ਏ, ਵੀ ਦੇਖਿਓ ਉਹਨੂੰ ਨਾ ਦੱਸ ਦਿਓ, ਉਹ ਬੜਬੋਲਾ ਇੱਧਰ ਦੱਸ ਦੂ ਕਿਸੇ ਨੂੰ। ਹਰੀ ਚੰਦ ਉੱਠਦਾ ਏ, ਨਹੀਂ ਕੁਛ ਹੋਰ ਨਾਲ ਗੱਲ ਨਹੀਂ ਕਰਨੀ। ਮੈਂ ਮਦਨ ਕੋਲੋਂ ਪੁੱਛਦਾ ਹੋਇਆ ਕਿ ਕੀ ਹੋਇਆ। ਕਹਿੰਦਾ ਮੈਂ ਉਹਨੂੰ ਪੁੱਛਦਾ ਵੀ ਕੀ ਗੱਲ ਹੋਈ। ਰਾਮ ਪਿਆਰੀ ਪਰ ਵੇਖਣਾ ਕੋਈ ਕੌੜੀ ਫਿੱਕੀ ਨਾ ਕਹਿਣੀ, ਵੇਲਾ ਟੱਪ ਜਾਂਦਾ ਏ ਪਰ ਗੱਲ ਨਹੀਂ ਭੁੱਲਦੀ। ਕਹਿੰਦੇ ਕੋਈ ਮਾੜਾ ਚੰਗਾ ਸ਼ਬਦ ਨਾ ਕਹਿ ਦਿਓ, ਮਾੜਾ ਚੰਗਾ ਟਾਈਮ ਲੰਘ ਜਾਂਦਾ ਬਟ ਉਹ ਵਿਚਾਰੇ 'ਤੇ ਯਾਦ ਰਹੂਗਾ ਜੇ ਉਹਨੂੰ ਤੁਸੀਂ ਮਾੜਾ ਚੰਗਾ ਬੋਲਤਾ। ਹਰੀ ਚੰਦ ਸਵੇਰੇ ਇਹਨੂੰ ਚਲਤਾ ਕਰੋ, ਸਾਡੇ 'ਤੇ ਕਿਰਪਾ ਦ੍ਰਿਸ਼ਟੀ ਰੱਖੇ। ਰੱਬ ਨੂੰ ਕਹਿੰਦਾ ਇਹਨੂੰ ਚੱਲਦਾ ਬਣਾਓ ਵੀ ਭੇਜੋ ਉਰੋਂ। ਰਾਮ ਪਿਆਰੀ ਹਾਏ ਏਡੀ ਉੱਚੀ ਨਾ ਬੋਲੋ, ਸੁਣ ਲਵੇਗਾ ਕਿਤੇ। ਹਰੀ ਚੰਦ ਅੰਦਰ ਚਲਾ ਜਾਂਦਾ ਏ। ਹੁਣ ਹਰੀ ਚੰਦ ਅੰਦਰ ਵਗ ਜਾਂਦਾ। ਰਾਮ ਪਿਆਰੀ ਹੇ ਰਾਮ ਭਲੀ ਕਰੀ, ਸਰਬੱਤ ਦਾ ਭਲਾ, ਕਿਸੇ ਪਿੱਛੇ ਸਾਡਾ ਨਿਮਾਣਿਆਂ ਦਾ ਵੀ ਭਲਾ।
ਬਾਹਰੋਂ ਕਿਸੇ ਦੀ ਸੁਰ ਵਿੱਚ ਦੋਹੇ ਗਾਉਣ ਦੀ ਆਵਾਜ਼ ਆਉਂਦੀ ਹੈ। ਹੁਣ ਬਾਹਰ ਜਿਹੜਾ ਤੁਹਾਨੂੰ ਦੱਸਿਆ ਮੌਨਧਾਰੀ ਸਾਧੂ, ਉਹ ਦੋਹੇ ਗਾ ਰਹੇ ਨੇ। ਆਵਾਜ਼ ਮਾਇਆ ਮਰੀ ਨ ਮਨ ਮਰਾ, ਮਰ ਗਏ ਸਰੀਰ, ਆਸਾ ਤ੍ਰਿਸ਼ਨਾ ਨਾ ਮਰੇ, ਕਹਿ ਗਏ ਸੰਤ ਕਬੀਰ। ਹੁਣ ਉਹ ਦੋਹਿਆਂ ਦੀ ਆਵਾਜ਼ ਆ ਰਹੀ ਹੈ, ਬਾਹਰੋਂ ਗਾਉਂਦੇ ਨੇ ਸਾਧੂ। ਰਾਮ ਪਿਆਰੀ ਧਿਆਨ ਨਾਲ ਸੁਣਦੀ ਜਾਪਦੀ ਏ, ਸਿਰ ਝੁੱਕ ਕੇ ਬਾਹਰ ਵੱਲ ਵੇਖਦੀ ਏ। ਦੋ ਸਾਧੂ ਅੰਦਰ ਆਉਂਦੇ ਨੇ। ਇੱਕ ਮਾੜਾ ਸੁਕੜਾ ਕਿੰਗੜ ਜਿਹਾ, ਇੱਕ ਪਤਲਾ ਜਿਹਾ ਹੁੰਦਾ ਮਾੜਾ ਜਿਹਾ ਮੌਨਧਾਰੀ, ਜਿਹੜਾ ਚੁੱਪ ਚਪੀਤਾ ਕੁੰਗੜੂ ਜਿਹਾ। ਦੂਜਾ ਹੱਟਾ ਕੱਟਾ ਚੁੱਟ ਮੁੱਟ ਤਕੜਾ ਹੱਟਾ ਕੱਟਾ ਮਤਲਬ ਸਾਧੂ ਹੈ। ਸਾਧੂ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਸਾਧੂ ਅਜੇ ਵਿਹੜੇ ਵਿੱਚ ਪੌੜੀਆਂ ਕੋਲ ਹੀ ਖੜ੍ਹੇ ਨੇ। ਰਾਮ ਪਿਆਰੀ ਮਹਾਰਾਜ ਅੰਦਰ ਆ ਜਾਓ, ਮੈਂ ਮੰਜੀ ਡਾਹ ਦੇਨੀ ਆ। ਉੱਠ ਕੇ ਮੰਜੀ ਡਾਉਂਦੀ ਏ ਅਤੇ ਖੇਸ ਵਿਛਾਉਂਦੀ ਏ। ਮੌਨਧਾਰੀ ਹੁਣ ਜਿਹੜਾ ਉਹਨਾਂ ਦੇ ਵਿੱਚ ਜਿਹਨੇ ਬੋਲਣਾ ਨਹੀਂ ਹੁੰਦਾ, ਇਸ਼ਾਰੇ ਨਾਲ ਐਂ ਇਸ਼ਾਰਾ ਕਰਦਾ, ਨਹੀਂ ਨਹੀਂ। ਸਾਧੂ ਕਲਿਆਣ ਹੋ ਮਾਤਾ, ਮਹਾਤਮਾ ਨੇ ਮੌਨ ਵਰਤ ਧਾਰਨ ਰੱਖਾ ਹੈ। ਹੁਣ ਜਿਹੜਾ ਉਹ ਖੜਾ ਹੈ ਹੱਟਾ ਕੱਟਾ, ਮੌਨ ਮੈਂ ਧਰਤੀ ਪਰ ਵਿਰਾਜਤੇ ਹੈ, ਐਸੀ ਹੀ ਇਨਕੀ ਪ੍ਰਤਿਗਿਆ ਹੈ। ਕਹਿੰਦਾ ਜਦ ਕਿਸੇ ਨੇ ਮੌਨ ਵਰਤ ਰੱਖਿਆ ਹੁੰਦਾ ਧਰਤੀ 'ਤੇ ਬੈਠਦੇ ਨੇ। ਇਹਨਾਂ ਨੇ ਪ੍ਰਤਿਗਿਆ ਲਈ ਵੀ ਮੰਜੇ 'ਤੇ ਨਹੀਂ ਬੈਠਣਾ। ਰਾਮ ਪਿਆਰੀ ਤੁਸੀਂ ਤਾਂ ਮੰਜੀ 'ਤੇ ਬੈਠੋ ਨਾ। ਕਹਿੰਦੀ ਫਿਰ ਜਿਹੜਾ ਦੂਆ ਆਉਂਦਾ ਹੱਟਾ ਕੱਟਾ, ਕਹਿੰਦੀ ਤੁਸੀਂ ਤਾਂ ਮੰਜੇ 'ਤੇ ਬਹਿ ਜਾਓ। ਸਾਧੂ ਹਰੇ ਨਾਰਾਇਣ ਮਾਤਾ, ਮੈਂ ਕੋ ਇਨਕੀ ਚਰਨ ਧੂੜ ਹੂੰ, ਧੂੜ ਹੀ ਮੈਂ ਬੈਠੂੰਗਾ। ਕਹਿੰਦਾ ਮੈਂ ਤਾਂ ਇਹਨਾਂ ਚਰਨਾਂ ਦੀ ਧੂੜ ਆ, ਇਹਨਾਂ ਦੇ ਚਰਨਾਂ 'ਚ ਹੀ ਬੈਠੂੰ। ਸਾਧੂ ਭੁੰਜੇ ਬੈਠ ਜਾਂਦੇ ਹਨ। ਰਾਮ ਪਿਆਰੀ ਅੱਛਾ ਮਹਾਰਾਜ, ਜਿਵੇਂ ਤੁਹਾਡੀ ਇੱਛਾ, ਹੁਣ ਤੁਸੀਂ ਭੋਜਨ ਕਰਕੇ ਹੀ ਜਾਣਾ। ਸਾਧੂ ਭੁੱਖੇ ਭਲੇ, ਸਾਧੂ ਭੁੱਖੇ ਭਾਵ ਕੇ ਭੋਜਨ ਭੁੱਖੇ ਨਾ। ਰਾਮ ਪਿਆਰੀ ਨਹੀਂ ਮਹਾਰਾਜ, ਭੋਜਨ ਜ਼ਰੂਰ ਕਰਨਾ, ਮੈਂ ਅੱਖ ਦੇ ਫੋਰ ਵਿੱਚ ਬਣਾ ਦਿੰਦੀ ਹਾਂ। ਭਾਜੀ ਚੀਰੀ ਪਈਏ। ਮੌਨਧਾਰੀ ਇਸ਼ਾਰੇ ਨਾਲ ਦੱਸਦਾ ਏ ਕਿ ਉਹ ਭੋਜਨ ਕਰ ਚੁੱਕੇ ਨੇ। ਉਹ ਕਹਿੰਦਾ ਵੀ ਨਹੀਂ ਭਾਈ, ਅਸੀਂ ਤਾਂ ਭੋਜਨ ਛਕ ਕੇ ਆਏ ਹਾਂ। ਸਾਧੂ महात्मा को एक भक्तनी माई ने दूध का भोजन करा दिया। ਹੁਣ ਹਿੰਦੀ 'ਚ ਬੋਲਦਾ, ਕਹਿੰਦਾ ਮਹਾਤਮਾ ਨੂੰ ਇੱਕ ਮਾਈ ਨੇ ਦੁੱਧ ਪਿਆਤਾ। ਰਾਮ ਪਿਆਰੀ ਫੇਰ ਮਹਾਰਾਜ ਮੈਂ ਕੀ ਸੇਵਾ ਕਰਾਂ, ਥੋੜ੍ਹਾ ਜਿਹਾ ਫਲ ਖਾ ਲਓ, ਮੈਂ ਇੱਦਾਂ ਨਹੀਂ ਜਾਣ ਦੇਣਾ। ਛੇਤੀ ਨਾਲ ਅੰਦਰ ਜਾਂਦੀ ਏ ਅਤੇ ਫਲ ਆਦਿ ਲਿਆ ਕੇ ਸਾਧੂ ਅੱਗੇ ਰੱਖ ਦਈਏ। ਸਾਧੂ ਅੱਛਾ ਮਾਤਾ ਤੇਰਾ ਪ੍ਰੇਮ ਹੈ, ਇੱਕ ਕੇਲਾ ਛਿੱਲ ਕੇ ਖਾਂਦਾ ਹੈ। साधु माता प्रेम को प्रेम मिलता है, हम लौटे जा रहे थे आश्रम को, महात्मा ने अंतर्दृष्टि से देखा इस घर में क्लेश है। राम प्यारी क्लेश तो महाराज बहुत है। साधु महात्मा क्लेश निवारने को आते हैं माता, तरबर सरबर संत जन चौथे बरखा में पार उपकार के कारणे ਚਾਰੋਂ ਧਾਰੋਂ ਦੇਹ। ਰਾਮ ਪਿਆਰੀ ਮਹਾਰਾਜ ਉਹਨਾਂ ਦਾ ਸਰੀਰ ਬਹੁਤ ਡਿੱਗ ਗਿਆ ਏ। ਹੁਣ ਆਪਣੇ ਪਤੀ ਦੀ ਗੱਲ ਦੱਸਦੀ ਹੈ, ਕਹਿੰਦੀ ਸਰੀਰ ਉਹਨਾਂ ਦਾ ਬਹੁਤ ਕਮਜ਼ੋਰ ਹੋ ਗਿਆ। ਸਾਧੂ ਸਭ ਠੀਕ ਹੋ ਜਾਵੇਗਾ महाराज की आशीर्वाद से। आज से 10वें रोज मौन व्रत खोलेंगे, उस समय जिस कार्य का ध्यान करेंगे वही सिद्ध होगा। साधु की आवाज़ सुन के हरी चंद बाहर आउंदा ਏ। खंघदा कुर्सी ते बैठ जाता है, खंघदा ਏ। साधु नारायण हरे भक्त कल्याण हो। हरी चंद मैं भक्त नहीं बाबा। साधु तुम भगवान के भक्त हो, भगवान के सच्चे भक्त। हरी चंद व्यंगमई ढंग नाल, मतलब हरी चंद की दादा व्यंग करदा, व्यंगमई ढंग नाल हसदा होया मैं भगत हाँ, हा 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 हा। राम प्यारी वाल वेख के क्यों जी, है मेरी शक्ल भगतां वाली है ना। हुण व्यंग करदा क्यों, मैं भगतां वाली शक्ल है कहना मेरी। राम प्यारी साधुआं नाल मस्करी नहीं करींदी। हरी चंद अच्छा अच्छा, किशोर दे दफ्तरों आउण दा वेला ए, नाले मदन भी आया होया ए, उन्हां लई चाह पानी दा बंदोबस्त करो। राम प्यारी मैं अंगीठी वाल आवां, महाराज तुसी भी चाह की कौली पी लेना, हुणे बन जांदी ए, अंदर जांदी ए।
ਹਰੀ ਚੰਦ ਹਾਂ ਨਾਲੇ ਯਾਦ ਰੱਖਣਾ ਅੱਗੇ ਤੋਂ ਮੈਨੂੰ ਭਗਤ ਜੀ ਆਖਿਆ ਕਰੋ। ਹਾ 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 ਹੀ ਉਹ ਹੱਸਦਾ ਕਹਿੰਦਾ ਅੱਗੇ ਤੋਂ ਮੈਨੂੰ ਭਗਤ ਜੀ ਕਿਹਾ ਕਰ ਹੁਣ ਵੀ ਇਹਨਾਂ ਨੇ ਸਾਧੂਆਂ ਨੇ ਮੈਨੂੰ ਭਗਤ ਕਿਹਾ। ਸਾਧੂ ਭਗਤ तुम्हारा मस्तक बता रहा है कि तुम प्रेमी सज्जन हो। मुखड़ा वेख जरी दर्पण में कहना शीशे 'ਚ मुख देखो तुसी सज्जन लोग लगदे हो तुहाडे चेहरे ते दसदा है तुहाडा चेहरा। हरी चंद एक हसरत भरे हौंके नाल क्या शान सी इस मुखड़े दी जवानी विच। कहना यार जवानी 'ਚ बड़े सोहणे हुंदे सी। साधु मुस्कुराउंदा होया पर छवि तो वक्त अभी ਕਹਿੰਦਾ ਭਾਈ ਤੂੰ ਤਾਂ ਹੁਣ ਵੀ ਉਹੋ ਜਿਹੀ ਆ। ਹੁਣ ਸਾਧੂ ਉਹਨੂੰ ਕਹਿੰਦਾ ਪਰ ਛਵੀ ਤੋਂ ਵਕਤ ਅਬ ਵੀ ਉਹੋ ਜਿਹਾ ਹੁਣ ਵੀ। ਹਰੀ ਚੰਦ ਕੱਟ ਕੇ ਹੁਣ ਤਾਂ ਬਾਬਾ ਸੀਸਾ ਵੇਖਦਿਆਂ ਡਰ ਲੱਗਦਾ ਏ। ਗੱਲਾਂ ਢਿਲਕ ਜਾਂਦੀਆਂ ਨੇ ਬੁੱਲ ਲਟਕ ਗਏ। ਕਹਿੰਦਾ ਹੁਣ ਤਾਂ ਸ਼ਕਲ ਸੂਰਤ ਪਹਿਲਾਂ ਨਾਲੋਂ ਬਹੁਤ ਖਰਾਬ ਹੋ ਗਈ। ਸਾਧੂ ਪਰ ਨੇਤਰ ਕੀ ਜੋਤੀ ਕੋ ਦੇਖੋ ਕਹਿੰਦਾ ਅੱਖਾਂ ਦੀ ਰੋਸ਼ਨੀ ਨੂੰ ਦੇਖੋ। ਹਰੀ ਚੰਦ ਜੋਤੀ ਕਿੱਥੇ ਬਾਬਾ ਹੁਣ ਧੁੰਦ ਜਾਲਾ ਗੁਬਾਰ ਕਹੋ। ਸਿਰ ਤੋਂ ਪੈਰਾਂ ਤੱਕ ਇਸ ਚਰਖੇ ਦੀ ਚੂਲ ਢਿੱਲੀ ਹੋ ਗਈ ਆ। ਹਾ 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 ਕਹਿੰਦਾ ਭਾਈ ਹੁਣ ਤਾਂ ਚੂਲ ਢਿੱਲੀ ਹੋਈ ਪਈ ਆ ਹੁਣ ਜੋਤੀ ਜਾਤੀ ਕਿੱਥੇ ਨਿਗਾਹ ਕਿੱਥੇ मतलब। साधु जय तो हम देख रहे हैं स्वास्थ्य ठीक नहीं है। मिक्सचर वाली शीशी वाले इशारा करके बलायती औषधि खाते हो। वो जी दवाई पई थी कहना वो शीशी देख के पता लग गया भी ठीक नहीं तेरा शरीर। कहना बलायती मतलब अंग्रेजी दवाई खाना। हरी चंद एक नहीं बाबा कई गोलियां ते पुड़ियां विखा के ऐ वेखो आ सारा कुछ खाना। कहना साधु बलायती औषधि गर्म और खुश्क है इससे लाभ नहीं होता। हरी चंद पर डॉक्टर ਨੂੰ ਤਾਂ ਲਾਭ ਹੀ ਲਾਭ ਹੁੰਦਾ ਹੈ। ਕਹਿੰਦਾ ਡਾਕਟਰ ਨੂੰ ਤਾਂ ਪੈਸੇ ਹੀ ਪੈਸੇ ਮਿਲਦੇ ਨੇ ਲਾਭ ਤਾਂ ਸਾਨੂੰ ਨਹੀਂ ਹੁੰਦਾ। ਸਾਧੂ ਮੌਨਧਾਰੀ ਵੱਲ ਇਸ਼ਾਰਾ ਕਰਕੇ ਮਹਾਤਮਾ ਔਸ਼ਧੀ ਦੇਂਗੇ ਕਾਇਆ ਕਲਪ ਹੋ ਜਾਏਗੀ। ਕਹਿੰਦਾ ਹੁਣ ਮਹਾਤਮਾ ਦੇਣਗੇ ਤੈਨੂੰ ਕੋਈ ਜੜੀ ਬੂਟੀ। ਮੌਨਧਾਰੀ ਇਸ਼ਾਰੇ ਨਾਲ ਤਸੱਲੀ ਦਿਵਾਉਂਦਾ ਏ ਯਾਨੀ ਤਕੜਾ ਹੋ ਜਾਏਗਾ ਸਰੀਰ ਚਿਹਰਾ ਚਮਕ ਉੱਠੇਗਾ। ਕਹਿੰਦਾ ਕੋਈ ਚੱਕਰ ਨਹੀਂ ਵੀ ਤੈਨੂੰ तकड़ा कर देंगे फिर पहला वर्गा। साधु नारायणगढ़ के ठाकुर साहब के लिए बनाई थी कहना जी तेनों दे रहा। हरी चंद बाबा मैं तो दवाइयाँ खाण तो सत गया हाँ कौड़ियाँ कुशैलियाँ बेसवाद हा 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 मूँह बना के कहना मैं तो यार अक गया दवाइयाँ दवाइयाँ खा के। साधु चिंता ना करो केवल चावल मात्र खानी है गऊ के माखन में प्रातःकाल यह बशम शरीर को कुंदन बना देगी। कुंदन मतलब तुहानूं पूरा तंदुरुस्त पूरा नवा नरोया बना दूगी। कहता चौलों के दाने की जिन्नी खानी है। हरी चंद किते मैनू ही ना भस्म कर देवे खैर उदा भी ठीक है ना शरीर रहेगा ना बीमारियां लगणगियां नित नित दी खंघदा होया कला तो मुक जाएगी। कहना चल दे दे यार जे कायाकल्प करूँ मेरा ही जे खत्म भी कर दूगा ना बीमारियां ठमारियां तो खड़ा छुट जू दे दो। कहना कि दवाई दोगे। साधु परंतु वक्त सब औषधियों में उत्तम एक औषधि है 100 रोग का एक दारू। हरी चंद के ਕੰਨ खड़े हो गए। वो ध्यान नाल सुनदा भी ਇਹੋ जी ਕਿਹੜੀ आ 100 दवाइयां ਦੀ एक दवाई। हरी चंद बाबा वो दारू दस। साधु वो है दान दान करो। हरी चंद भला बाबा गरीब अपना पेट पाले डॉक्टरां नूं पूजे जां दान करे। कहना हुण असीं गरीब बंदे की करिए। साधु वक्त निश्चय जानो चिड़ी चोग वर के लै गई नदी न घट्यो नीर दान दिए दान ना घटे कह गए संत कबीर। धन बड़ी उपाधि है। हरी चंद बाबा ये उपाधि बेशक मैनू दे दिओ। साधु भगत पापा आवाज़ ना कच्ची। भगत हुण जिहड़ा साधु आ की बोलदा भगत उहनूं बोलदा पापा आवाज़ ना कट्ठी होवे ते मोहियां नाल ना जाए। हुण कहना भी जिहड़ी माया जां जिहड़ी भी चीज़ दिंदे आ चाहे पापा नाल इकट्ठी कर लो जां किवें भी इकट्ठी कर लो भी नाल नहीं जांदी। हरी चंद मैनू नाल लिजाण दा लोभ नहीं बाबा पर इत्थे तां जरा सौखा हो जावे। इत्थे तां कहना कोई माड़ा मोटा जीवन सही रहे। पैसा ही रंग रूप है पैसा ही माल है
ਪੈਸੇ ਬਗੈਰ ਆਦਮੀ ਚਰਖੇ ਦੀ ਮਾਲ ਹੈ। ਕਹਿੰਦਾ ਪੈਸੇ ਨਾਲ ਹੀ ਆ ਭਾਈ ਸਾਰਾ ਕੁਝ, ਹਰੀ ਚੰਦ ਉਹਨੂੰ ਦੱਸਦਾ। साधु ये ठीक है, परंतु दान तो होता है देने के लिए, ना कि दबा के रखने के लिए। भक्त महात्मा ने मौन व्रत खोलते समय यज्ञ कराना नियत किया है, ये यज्ञ कराऊगा साडा साधु। कांशी जी के पंडित विद्वान पधारेंगे, साधु भोजन करेंगे, तुम्हारा कल्याण होगा। सब शुभ अवसर पर उदार हृदय से दान दियो। इस वेले विहड़े विच बाईसाइकिल ਦੀ ਘੰਟੀ ਵੱਜਦੀ ਆ ਤੇ ਕਿਸ਼ੋਰ ਬਾਈਸਾਈਕਲ ਨੂੰ ਤਾਲਾ ਲਾਉਂਦਾ ਹੈ। ਸਾਧੂਆਂ ਨੂੰ ਘਰ ਬੈਠੇ ਵੇਖ ਕੇ ਦਾਨ ਵਾਲੀ ਗੱਲ ਸੁਣ ਕੇ ਉਸ ਨੂੰ ਗੱਚ ਚੜ੍ਹ ਜਾਂਦਾ ਹੈ, ਗੁੱਸਾ ਚੜ੍ਹ ਜਾਂਦਾ ਹੈ। ਹੁਣ ਜਿਹੜਾ ਕਿਸ਼ੋਰ ਆ ਬੇਟਾ, ਉਹਨਾਂ ਦਾ ਬੇਟਾ ਹਰੀ ਚੰਦ ਆ, ਉਹ ਡਿਊਟੀ ਤੋਂ ਘਰ ਪਰਤਦਾ ਤੇ ਉਹ ਸਾਧੂਆਂ ਦੇ ਪਖੰਡਾਂ ਨੂੰ ਲਾਈਕ ਨਹੀਂ ਕਰਦਾ। ਕਿਸ਼ੋਰ ਗਰਮ ਹੋ ਕੇ ਪਿਤਾ ਜੀ, ਸਾਧੂ ਕਲਿਆਣ ਹੋ ਬੇਟਾ। ਮੌਨਧਾਰੀ ਵੀ ਆਸ਼ੀਰਵਾਦੀ ਹੱਥ ਨਾਲ ਇਸ਼ਾਰਾ ਕਰਦਾ ਹੈ ਹਰੀ ਚੰਦ ਨੂੰ। ਸਪੁੱਤਰ ਹੈ ਆਪਕਾ ਭਗਤ, ਉਹ ਕਹਿੰਦਾ ਤੇਰਾ ਪੁੱਤਰ ਹੈ ਹਰੀ ਚੰਦ। ਭਗਵਾਨ ਦਾ ਇਹ ਬਾਬਾ, ਮੇਰਾ ਕਾਹਨੂੰ ਆ, ਕਹਿੰਦਾ ਇਹ ਤਾਂ ਭਗਵਾਨ ਦਾ। ਸਾਧੂ ਬਹੁਤ ਭਗਵਾਨ ਹੈ, ਮਸਤਕ ਕੋ ਦੇਖੋ। ਕਿਸ਼ੋਰ ਕਚੀਚੀ ਵੱਟ ਕੇ ਬਕ ਬਕ ਬੰਦ ਕਰ ਬਾਬਾ ਹਰੀ ਚੰਦ ਨੂੰ। ਪਿਤਾ ਜੀ ਫੇਰ ਉਹ ਗੱਲ, ਮੈਂ ਤੁਹਾਨੂੰ ਕਿੰਨੀ ਵਾਰ ਸਮਝਾ ਚੁੱਕਾ ਹਾਂ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ। ਉੱਠੋ ਬਾਬਾ, ਨਿਕਲੋ ਬਾਹਰ। ਹਰੀ ਚੰਦ ਕਿਸ਼ੋਰ ਵਿਹਲੇ ਨਿਕੰਮੇ ਮੁਫਤ ਦਾ ਚੰਗਾ ਚੋਖਾ ਖਾ ਕੇ ਕਿੱਦਾਂ ਮਾਸ ਚੜ੍ਹਿਆ ਏ ਚੋਬਰ ਉੱਤੇ। ਪੰਡਤਾ ਸ਼ੇਰ ਆਟਾ ਪੀਣ ਦੇ ਲਾਇਕ ਹੈ ਇਹ ਚੁੱਟ ਮੁੱਟ। ਹੁਣ ਕਹਿੰਦਾ ਕਿਵੇਂ ਫਰੀ ਦੀਆਂ ਰੋਟੀਆਂ ਖਾ ਕੇ ਮਾਸ ਚੜ੍ਹਾਇਆ। ਕਹਿੰਦਾ ਇਹ ਸਾਧੂ ਨੇ ਇਹ ਹਰੀ ਚੰਦ। ਕਿਸ਼ੋਰ ਉਹਨੂੰ ਰੋਕਦਾ। ਕਿਸ਼ੋਰ ਪਿਤਾ ਜੀ ਤੁਸੀਂ ਸਮਝਦੇ ਨਹੀਂ, ਇਹ ਭੇਖੀ ਸਾਧੂ ਸੋਂਦੇ ਮੰਗਤੇ ਨਿਰੇ ਪਖੰਡੀ। ਇਹ ਕਹਿੰਦਾ ਭੇਖੀ ਨੇ, ਮਤਲਬ ਪਖੰਡ ਕਰਿਆ ਹੋਇਆ ਇਹਨਾਂ ਨੇ। ਸਾਧੂ ਬੜੇ ਨਰਮ ਲਹਿਜੇ 'ਚ ਬੇਟਾ ਕਿਆ ਕਹਿ ਰਹੇ ਹੋ। ਬੋਲੀ ਤੋਂ ਅਨਮੋਲ ਹੈ, ਜੇ ਕੋਈ ਜਾਣੇ ਬੋਲ। ਹੀਰੇ ਤਰਾਜੂ ਤੋਲ ਕਰ, ਤਬ ਮੁਖ ਬਾਹਰ ਖੋਲ। ਹਰੀ ਚੰਦ ਝੂਮ ਜਾਂਦਾ ਏ, ਵਾਹ ਮਹਾਰਾਜ ਵਾਹ, ਧੰਨ ਹੋ। ਸੁਣਿਆ ਹੀ ਕਿਸ਼ੋਰ ਸਾਧੂਆਂ ਨੂੰ, ਮਹਾਰਾਜ ਇਸੇ ਗੱਲ ਦਾ ਗੁੱਸਾ ਨਾ ਕਰਨਾ, ਕਹਿੰਦਾ ਇਹਦੀ ਕਿਸੇ ਗੱਲ ਦਾ ਗੁੱਸਾ ਨਾ ਕਰਨਾ। ਕਿਸ਼ੋਰ ਪਿਤਾ ਜੀ ਤੁਸੀਂ ਤਾਂ ਬਿਲਕੁਲ ਸਾਧੂਆਂ ਨੂੰ, ਚਲੋ ਨਿਕਲੋ ਇੱਥੋਂ। ਕਹਿੰਦਾ ਚਲੋ ਇੱਥੋਂ ਭੱਜੋ। ਸਾਧੂ ਅੱਛਾ ਬੇਟਾ ਉੱਠਣ ਲੱਗਦਾ ਏ ਤੇ ਮੌਨਧਾਰੀ ਨੂੰ ਵੀ ਇਸ਼ਾਰਾ ਕਰਦਾ, ਚੱਲ ਚੱਲਦੇ ਹੁਣ ਵੀ ਇਹ ਮੁੰਡਾ ਇਹਨਾਂ ਦਾ ਗਾਲਾਂ ਕੱਢਣ ਲੱਗ ਗਿਆ ਕਿ ਭੱਜੋ ਇੱਥੋਂ। ਹਰੀ ਚੰਦ ਨਾਲੇ ਜ਼ੋਰ ਨਾਲ ਖੰਘਦਾ ਏ ਤੇ ਨਾਲੇ ਹੱਥ ਦੇ ਇਸ਼ਾਰੇ ਨਾਲ ਸਾਧੂਆਂ ਨੂੰ ਰੋਕਦਾ ਏ। ਬਾਬਾ ਜੀ ਜਾਓ ਨਹੀਂ, ਭੋਜਨ ਕਰਕੇ ਜਾਣਾ। ਕੋਲ ਕਰ ਬਹਿ ਜਾਓ ਬਾਬਾ ਜੀ ਜਾਓ ਨਾ, ਕਹਿੰਦਾ ਨਾਲੇ ਖੰਘਦਾ ਉਹ ਨਾਲੇ ਇਸ਼ਾਰਾ ਕਰਦਾ ਬਹਿ ਜਾਓ। ਸਾਧੂ बेटा क्रोधवान है, हम जाते हैं, आए को आदर नहीं, नैनन नहीं स्नेह, तुलसी वहाँ न जाइए, कंचन बरसत मेह। राम प्यारी आउंदी ਏ, राम प्यारी निमरता नाल, नहीं महाराज रोटी खा के जाना, मैं नहीं एवें जान देना। किशोर बीजी जान दिओ साधुआं नूं, तुसी जाओ बाबा जाओ। राम प्यारी नहीं मैं हथ जोड़दी हाँ महाराज, तुहाडी मिन्नत करदी हाँ। साधु माता तेरे इस प्रेम के बंदे कैसे जाएं, तेरी इच्छा भक्तनी तेरी इच्छा। हरी चंद ओ बाबा नाले मेरी औषधि जांदे कित्थे हो, कहना नाले मेरी दवाई तो दे जो, किधर नूं जा रहे हो। साधु घबराओ नहीं भक्त, औषधि हमारे पास है। मौनधारी झोली विचों एक बिल कढ़ के विखाउंदा है, ये देखो ਜ਼ਰੂਰ ਦੇਗਾ। ਕਹਿੰਦੇ ਆਹ ਦੇਖੋ ਵੀ ਜ਼ਰੂਰ ਦੇ ਕੇ ਜਾਵਾਂਗੇ। ਪਰੰਤੂ ਮਹਾਤਮਾ ਕੇ ਜਿਵੇਂ ਅਸੀਂ ਬੋਲਦੇ ਆਗਿਆ ਯज्ञ में केवल 11 रुपए डाल देना। ਸਾਧੂ ਇਹ ਲਫ਼ਜ਼ ਲਮਕਾ ਕੇ ਕਹਿੰਦਾ ਹੈ, ਇੱਕ ਹੀ ਆਸ਼ੀਰਵਾਦ ਸੇ। ਕਹਿੰਦਾ ਵੀ ਜਿਹੜਾ ਅਸੀਂ ਯੱਗ ਕਰਾਂਗੇ ਪ੍ਰਮਾਤਮਾ ਦਾ, ਉਹ 'ਚ 11 ਰੁਪਏ ਪਾ ਦਿਓ, ਫਿਰ ਤੁਹਾਨੂੰ ਦੇ ਦਾਂਗੇ ਉਹ ਜੜੀ ਬੂਟੀ। ਕਿਸ਼ੋਰ ਗੁੱਸੇ ਨਾਲ ਕੰਬਦਾ ਹੋਇਆ ਪਿਤਾ ਜੀ ਇਸ ਵੇਲੇ ਮੌਨਧਾਰੀ ਉੱਚੀ ਹੂਕਦਾ ਏ ਤੇ ਹੱਥਾਂ ਨਾਲ ਕੁਝ ਅਜੀਬ ਜਿਹੇ ਇਸ਼ਾਰੇ ਕਰਦਾ ਏ, ਜਿਸ ਦਾ ਜਵਾਬ ਸਾਧੂ ਇਸ਼ਾਰਿਆਂ ਵਿੱਚ ਹੀ ਦਿੰਦਾ ਹੈ। ਹਰੀ ਚੰਦ ਬਾਬਾ ਮਹਾਤਮਾ ਜੀ ਕੀ ਕਹਿੰਦੇ ਨੇ।
ਉਹ ਜਿਹੜਾ ਮੌਨਧਾਰੀ ਇਸ਼ਾਰੇ ਕਰਦਾ ਜਦੋਂ ਉਹਦਾ ਮੁੰਡਾ ਗੁੱਸੇ ਹੁੰਦਾ। ਸਾਧੂ कहते हैं कोई प्राणी इस घर में बहुत दुखी है। ਕਹਿੰਦੇ ਮਹਾਰਾਜ ਮੌਨਧਾਰੀ ਕਹਿੰਦੇ ਨੇ ਵੀ ਇੱਥੇ ਇਸ ਘਰ 'ਚ ਕੋਈ ਪ੍ਰਾਣੀ ਬਹੁਤ ਦੁਖੀ ਹੈ। ਹਰੀ ਚੰਦ ਮੈਂ ਜੋ ਹੋ ਹਾਂ, ਕਹਿੰਦਾ ਮੈਂ ਜੋ ਹੋ ਹਾਂ, ਜਾਂ ਕਹਿੰਦਾ ਮੈਂ ਜੋ ਹਾਂ, ਕਹਿੰਦਾ ਮੈਂ ਦੇਖ ਬੈਠਾ ਤਾਂ ਹੈਗਾ ਦੁਖੀ ਬੰਦਾ, ਮੇਰੇ ਨਾਲੋਂ ਦੁਖੀ ਕੌਣ ਹੈ? ਖੰਘਦਾ ਹੈ, ਖੂੰ ਖੂੰ ਚੱਲਦੀ ਉਹਦੀ। ਮੌਨਧਾਰੀ ਇਸ਼ਾਰੇ ਨਾਲ ਇਹ ਨਹੀਂ ਕੋਈ ਹੋਰ ਜੀਵ ਏ। ਸਾਧੂ ਕਿਉਂ ਬੇਟਾ ਤੁਮੇ ਕਿਆ ਕਲੇਸ਼ ਹੈ? ਕਿਸ਼ੋਰ ਮੈਨੂੰ ਕੋਈ ਕਲੇਸ਼ ਕਲੂਸ਼ ਨਹੀਂ, ਇੱਥੋਂ ਝਟਪਟ ਚੱਲਦੇ ਹੋਵੋ। ਕਹਿੰਦਾ ਮੈਨੂੰ ਕੋਈ ਕਲੇਸ਼ ਨਹੀਂ, ਜਾਓ ਇੱਥੋਂ। ਹੁਣ ਜਿਹੜਾ ਕਿਸ਼ੋਰ ਆ ਉਹ ਸਾਧੂਆਂ ਨੂੰ ਇੱਕ ਵੀ ਮਿੰਟ ਉੱਥੇ ਝੱਲ ਨਹੀਂ ਰਿਹਾ। ਰਾਮ ਪਿਆਰੀ ਕਾਕਾ ਮਦਨ ਹੁਣ ਅੰਦਰੋਂ ਮੂੰਹ ਕਰਕੇ ਤੂੰ ਵੀ ਸੰਤਾਂ ਦੇ ਦਰਸ਼ਨ ਕਰ ਲੈ, ਤੇਰਾ ਦੁੱਖ ਵੀ ਨਿਵਾਰਨਗੇ। ਇਸ ਵੇਲੇ ਮਦਨ ਅੰਦਰੋਂ ਨਿਕਲਦਾ ਏ। ਸਾਧੂਆਂ ਦੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਕੇ ਉਹਦੀ ਮੱਥੇ ਦੀ ਪੱਟੀ ਦਿਸਦੀ ਏ। ਹੁਣ ਉਹ ਵੀ ਆਪਦੀ ਪੱਟੀ ਜੀ ਨੂੰ ਐਂ ਮਤਲਬ ਦਿਖਦੀ ਹੈ ਉਹਦੀ, ਉਹ ਵੀ ਪ੍ਰਭਾਵਿਤ ਹੋ ਜਾਂਦਾ ਵੀ ਬੜੇ ਦੁੱਖ ਤੋੜਨ ਵਾਲੇ ਸਾਧੂ ਆਏ ਬੈਠੇ ਨੇ। ਕਿਸ਼ੋਰ ਓ ਹੋ ਮਦਨ ਤੂੰ ਇੱਥੇ ਕਿਸ ਤਰ੍ਹਾਂ? ਉਹਨੂੰ ਪਛਾਣਦਾ, ਕਹਿੰਦਾ ਵਾਹ ਵੀ ਮਦਨ ਤੂੰ ਇੱਥੇ ਕਿਸ ਤਰ੍ਹਾਂ? ਮਦਨ ਮੈਂ ਅੱਜ ਕੱਲ੍ਹ ਦੌਰੇ 'ਤੇ ਹਾਂ, ਸੋਚਿਆ ਕਿ ਲਾਗੋਂ ਲੰਘਦਿਆਂ ਤੁਹਾਨੂੰ ਵੀ ਮਿਲ ਜਾਵਾਂ, ਬਸ ਰਾਤ ਦੀ ਰਾਤ। ਸਾਧੂਆਂ ਦੇ ਵਿੱਚ ਕੁਝ ਇਸ਼ਾਰਾ ਹੋਇਆ। ਸਾਧੂਆਂ ਨੇ ਆਪਸ ਵਿੱਚ ਇਸ਼ਾਰਾ ਕੀਤਾ ਵੀ ਲੈ ਵੀ ਆਹ ਰਾਤ ਆਇਆ ਬੰਦਾ ਉਰੇ। ਸਾਧੂ ਬੇਟਾ ਕਲਿਆਣ ਹੋ, ਤੁਮ ਦੁਖੀ ਹੋ। ਮੌਨਧਾਰੀ ਦੇ ਇਸ਼ਾਰੇ, ਕਹਿੰਦਾ ਬੇਟਾ ਤੁਸੀਂ ਦੁਖੀ ਹੋ, ਜਿਹਦੇ ਸਿਰ 'ਚ ਸੱਟ ਜੀ ਲੱਗੀ ਹੋਈ ਹੈ ਮਦਨ ਦੇ। ਮਦਨ ਬਾਬਾ ਦੌਰੇ ਵਿੱਚ ਸੁੱਖ ਕਿੱਥੇ? ਕਹਿੰਦਾ ਜਦੋਂ ਅਸੀਂ ਕਿਤੇ ਫੇਰੀ 'ਤੇ ਘੁੰਮਣ ਫਿਰ ਆਏ ਹੁੰਦੇ ਹਾਂ ਵੀ ਉੱਥੇ ਸੁੱਖ ਕਿੱਥੇ? ਸਾਧੂ ਸਤ ਹੈ ਕਲਯੁਗ ਮੇਂ ਸਭ ਜੀਵ ਦੁਖੀ ਹੈ, ਨਾਨਕ ਦੁਖੀਆ ਸਭ ਸੰਸਾਰ। ਹੁਣ ਸਾਧੂ ਕਹਿੰਦੇ ਭਾਈ ਸਾਰੇ ਦੁਖੀ ਨੇ ਇੱਥੇ। ਕਿਸ਼ੋਰ ਇਹਨਾਂ ਸਾਧੂਆਂ ਕਿਆ ਪਖੰਡ ਰਚਿਆ ਹੋਇਆ ਹੈ? ਮਦਨ ਦੋ ਚਾਰ ਦੋਹੇ ਰੱਟ ਛੱਡਦੇ ਨੇ ਅਤੇ ਲੋਕਾਂ ਨੂੰ ਲੁੱਟਦੇ ਫਿਰਦੇ ਨੇ। ਆਹ ਵੇਖੋ ਪਿਤਾ ਜੀ ਵੱਲ, ਆਹ ਦੇਖੋ। ਕਹਿੰਦਾ ਹੁਣ ਜਿਹੜਾ ਕਿਸ਼ੋਰ ਅਤੇ ਮਦਨ ਨੂੰ ਵੀ ਗੱਲ ਕਰਦਾ, ਕਹਿੰਦਾ ਸਾਧੂਆਂ ਨੇ ਦੋ ਕੁ ਦੋਹੇ ਰੱਟ ਰੱਖੇ ਨੇ, ਇੱਥੇ ਲੋਕਾਂ ਨੂੰ ਉੱਲੂ ਬਣਾਉਂਦੇ ਫਿਰਦੇ ਨੇ ਸਾਧੂ। ਸਾਧੂ ਠੀਕ ਕਹਾ ਬੇਟਾ, ਸਾਧੂ ਨਾਮ ਕੋ ਕਲੰਕਿਤ ਕਰਨੇ ਵਾਲੇ ਵੀ ਹੈ। ਕਹਿੰਦਾ ਹੁੰਦੇ ਨੇ, ਕਹਿੰਦਾ ਇਹੋ ਜਿਹੇ ਵੀ। ਕਿਸ਼ੋਰ ਇਹ ਸਾਧੂ ਘਰਾਂ ਵਿੱਚ ਆ ਕੇ ਜਨਾਨੀਆਂ ਤੋਂ ਜੇਵਰ ਅਤੇ ਹੋਰ ਕੀਮਤੀ ਸਮਾਨ ਠੱਗ ਕੇ ਲੈ ਜਾਂਦੇ ਹਨ। ਇਹ ਵਿਸ਼ਵਾਸਘਾਤੀ, ਇਹ ਵਿਚਾਰੀ ਵੀ ਇਸ ਤਰ੍ਹਾਂ ਦੇ ਹੁੰਦੇ ਨੇ। ਕਿਸ਼ੋਰ ਉਹਨਾਂ ਦੀ ਆਇਡੈਂਟੀਟੀ ਕਰਦਾ ਵੀ ਇਹ ਲੇਡੀਜ਼ ਜਿਹੜੀਆਂ ਸਿਆਣੀਆਂ ਬੁੜੀਆਂ ਬਜ਼ੁਰਗ ਹੁੰਦੀਆਂ ਨੇ, ਗਹਿਣੇ ਗੱਟੇ ਲੁੱਟ ਕੇ ਭੱਜ ਜਾਂਦੇ ਨੇ। ਕਹਿੰਦਾ ਰਾਮ ਪਿਆਰੀ ਵਿਚਾਰੀ ਲਫ਼ਜ਼ ਸੁਣ ਕੇ ਚੌਂਕ ਉੱਠਦੀ ਏ। ਵੇ ਕਾਕਾ ਕੀ ਹੋ ਗਿਆ ਤੈਨੂੰ? ਬੋਲ ਕਬੋਲ ਨਾ ਮੂੰਹੋਂ ਕੱਢ। ਹਰੀ ਚੰਦ ਜਵਾਨ ਨੂੰ ਲਗਾਮ ਦੇ। ਕਿਸ਼ੋਰ ਪਿਤਾ ਜੀ ਕੀ ਕਹਿੰਦੇ ਹੋ? ਕੀ ਕਰਦੇ ਹੋ? ਮੈਂ ਅਖਬਾਰ ਵਿੱਚ ਪੜ੍ਹਿਆ ਏ ਦੋ ਹਵਾਲਾਤੀ ਮੁਲਜ਼ਮ ਫਰਾਰ ਹੋਏ ਨੇ। ਇੱਕ ਦਾ ਹੁਲੀਆ ਤਾਂ ਬਿਲਕੁਲ ਇਸ ਚੁੱਟ ਮੁੱਟ ਨਾਲ ਮਿਲਦਾ ਏ, ਮੈਂ ਤੁਹਾਨੂੰ ਵਿਖਾਉਣਾ। ਉਹ ਕਹਿੰਦਾ ਅਖਬਾਰ 'ਚ ਪਤਾ ਲੱਗਿਆ ਕਿ ਦੋ ਬੰਦੇ ਭੱਜੇ ਹੋਏ ਨੇ, ਮਤਲਬ ਕਿ ਕੈਦੀ ਮੰਨ ਲਓ ਵੀ ਕੋਈ ਕ੍ਰਿਮੀਨਲ ਬੰਦੇ ਨੇ। ਕਹਿੰਦਾ ਮੈਨੂੰ ਤਾਂ ਇਹਨਾਂ ਦਾ ਹੁਲੀਆ ਉਹਨਾਂ ਵਰਗਾ ਹੀ ਲੱਗਦਾ। ਕਹਿੰਦਾ ਚੁੱਟ ਮੁੱਟ ਜਿਹੜਾ ਮੋਟਾ ਹੈ ਤਾਂ ਕਹਿੰਦਾ ਉਹਦੇ ਵਰਗਾ, ਤੈਨੂੰ ਮੈਂ ਦਿਖਾਉਣਾ। ਹਰੀ ਚੰਦ ਕਿਸ਼ੋਰ ਇਹ ਕੀ ਬੇਹੂਦਗੀ ਕਰਦਾ ਏ? ਰਾਮ ਪਿਆਰੀ ਬਾਬਾ ਜੀ ਇਸ ਕਾਕੇ ਦਾ ਕਸ਼ਟ ਨਿਵਾਰਨ ਕਰੋ। ਸਾਧੂ ਹਾਂ ਹਾਂ ਇੱਧਰ ਆਓ, ਹਾਥ ਦਿਖਾਓ, ਦੇਖੂੰ ਤੁਮਾਰੀ ਹਸਤ ਰੇਖਾ, ਤੁਮਾਰੀ ਆਜੂ ਕਿਆ ਹੋਗੀ। ਮਦਨ ਹੁਣ ਬੈਠਾ 32, वो बोलता 32 साल। साधु हाँ तो 32वें वर्ष में तुम्हें सिर पर चोट आनी चाहिए। मदन चोट आई है महाराज। ਉਹਨਾਂ ਨੂੰ ਪਤਾ ਲੱਗ ਰਿਹਾ ਵੀ ਉਹਦੇ ਸਿਰ 'ਚ ਸੱਟ ਲੱਗੀ ਹੋਈ ਹੈ। ਜਿਹੜਾ ਮਦਨ ਲਾਲ ਉਹਦੀ ਆਇਡੈਂਟੀ ਕਰ ਰਹੇ ਨੇ। ਸੀੜੀਓਂ ਸੇ ਗਿਰ ਪੜਾ, ਮਾਥੇ ਪਰ ਚੋਟ ਆਈ ਥੀ। ਹੁਣ ਦੱਸਦਾ ਕਹਿੰਦਾ ਮੱਥੇ 'ਤੇ ਸੱਟ ਲੱਗੀ ਸੀ। ਸਾਧੂ वो एक ही बात है, तुम्हारा कष्ट दूर होने वाला है। ਮਦਨ ਬਾਬਾ ਜੀ ਦੌਰੇ ਵਿੱਚ ਕਸ਼ਟ ਤਾਂ ਜ਼ਰੂਰ ਹੁੰਦਾ ਏ। ਸਾਧੂ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ, ਦੌਰਾ ਵੀ ਸਮਾਪਤ ਹੋਣੇ ਵਾਲਾ ਹੈ। ਹੁਣ ਇਹ ਬੇਟਾ ਸਮਝੋ ਅੱਗੇ ਕੀ ਬਣਦੀ ਹੈ ਕਹਾਣੀ। ਅੱਗੋਂ ਹੱਥ ਨੂੰ ਵੇਖ ਕੇ ਅਤੇ ਗੰਭੀਰਤਾ ਨਾਲ ਸਿਰ ਹਿਲਾ ਕੇ ਤੁਮੇ ਕਹੀਂ ਸੇ ਗੁਪਤ ਧਨ ਕੀ ਪ੍ਰਾਪਤ ਹੋਣਾ ਚਾਹੀਏ। ਕਹਿੰਦਾ ਤੈਨੂੰ ਕਿਤੋਂ ਗੁਪਤ ਧਨ ਮਿਲਣਾ ਚਾਹੀਏ, ਤੇਰੀ ਹੱਥ ਦੀ ਲੇਖ ਇਹ ਦੱਸਦੀ ਹੈ। ਮਦਨ ਅਜੇ ਤਾਂ ਕਸ਼ਟ ਹੀ ਕਸ਼ਟ ਨੇ। ਕਹਿੰਦਾ ਅਜੇ ਕਿਤੋਂ ਗੁਪਤ ਧਨ ਨਹੀਂ ਮਿਲਿਆ, ਹਾਲੇ ਤਾਂ ਦੁੱਖ ਹੀ ਮਿਲ ਰਹੇ ਨੇ। ਹੁਣ ਮਦਨ ਦੱਸਦਾ ਸਾਧੂ महात्मा को नमस्कार करो, बड़े करने वाले हैं, इनकी दया दृष्टि हो गई तो 9 निधि 12 सिद्धि हो जाएगी। मुस्करा के मदन बैठा बैठा
ਮੌਨਧਾਰੀ ਵੱਲ ਨਮਸਕਾਰ ਕਰਦਾ ਏ। ਫਿਰ ਮੌਨਧਾਰੀ ਮੌਨਧਾਰੀ ਵੱਲੋਂ ਮੂੰਹ ਮੋੜ ਕੇ ਸਾਧੂ ਵੱਲ ਕਰ ਲੈਂਦਾ ਹੈ। ਮੌਨਧਾਰੀ ਕੁਝ ਇਸ਼ਾਰੇ ਕਰਦਾ ਹੈ। ਹੁਣ ਆਪਸ ਵਿੱਚ ਗੱਲ ਹੁੰਦੀ ਹੈ ਦੋਨੇ ਸਾਧੂਆਂ ਦੀ ਇਸ਼ਾਰਿਆਂ 'ਚ। ਰਾਮ ਪਿਆਰੀ, ਇਸ ਬੱਚੇ 'ਤੇ ਦਇਆ ਕਰਨੀ, ਬੜਾ ਸਿੱਧਾ ਤੇ ਭੋਲਾ ਏ। ਇੰਨੀ ਦੇਰ ਨੂੰ ਕਿਸ਼ੋਰ ਅੰਦਰੋਂ ਅਖਬਾਰ ਲੈ ਕੇ ਨਿਕਲਦਾ ਹੈ। ਕਿਸ਼ੋਰ, ਇਹ ਵੇਖੋ ਸਾਧੂ ਬੇਟਾ, ਸਾਧੂ ਸੰਗ ਮਜ਼ਾਕ ਅੱਛਾ ਨਹੀਂ ਹੈ। ਕਿਸ਼ੋਰ, ਇਹ ਪੱਤੇਬਾਜ਼ੀਆਂ ਮੇਰੇ ਨਾਲ ਨਹੀਂ ਚੱਲ ਸਕਦੀਆਂ। ਹਰੀ ਚੰਦ, ਬਾਬਾ ਇਹਦਾ ਦਿਮਾਗ ਮੱਥੇ ਨਾਲ ਇਸ਼ਾਰਾ ਕਰਕੇ ਅੱਜ ਕੱਲ੍ਹ ਟਿਕਾਣੇ ਨਹੀਂ। ਕਹਿੰਦਾ ਸਾਡਾ ਮੁੰਡਾ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ। ਸਾਧੂ ਹੱਸਦਾ ਹੋਇਆ, ਕੋਈ ਬਾਤ ਨਹੀਂ ਬੱਚਾ, ਚੰਚਲ ਬਿਰਤੀ ਹੈ ਇਸਕੀ। ਕਿਸ਼ੋਰ, ਇਹ ਵੇਖੋ ਪਿਤਾ ਜੀ ਅਖਬਾਰ ਪੜ੍ਹਦਾ ਹੈ। ਹਵਾਲਾਤੀ ਫਰਾਰ, ਕੱਦ 5 ਫੁੱਟ 7 ਇੰਚ, ਰੰਗ ਗੰਦਮੀ, ਬਾਏ घुटने पर फोड़े का दाग। ਸਾਧੂ ਨੂੰ, ਉੱਠ ਓਏ। ਹੁਣ ਜਦੋਂ ਸਾਧੂ ਨੂੰ ਕਹਿੰਦਾ ਉੱਠ ਓਏ ਚੋਬੇ, ਵਿਖਾ ਜਰਾ ਖੱਬਾ ਗੋਡਾ, ਕਹਿੰਦਾ ਤੇਰਾ ਗੋਡਾ ਦਿਖਾ। ਸਾਧੂ ਨੂੰ ਬਾਜੂ ਤੋਂ ਪਕੜ ਕੇ ਉਠਾਉਣ ਦੀ ਕੋਸ਼ਿਸ਼ ਕਰਦਾ, ਕਹਿੰਦਾ ਖੜਾ ਹੋ, ਮੈਂ ਤੇਰੀ ਆਇਡੈਂਟੀ ਕਰਾਂ, ਕਹਿੰਦੇ ਤੂੰ ਉਹੀ ਤਾਂ ਨਹੀਂ। ਸਾਧੂ, ਵਕਤ ਜੈ ਹਮਾਰਾ ਅਪਮਾਨ ਹੈ। ਕਹਿੰਦਾ ਹੁਣ ਸਾਧੂ ਕਹਿੰਦਾ ਮੇਰੀ ਬੇਇੱਜ਼ਤੀ ਕਰਦਾ ਤੂੰ। ਹਰੀ ਚੰਦ ਗੁੱਸੇ ਨਾਲ ਕੜਕ ਕੇ, ਕਿਸ਼ੋਰ ਬਹੁਤ ਹੋ ਗਿਆ। ਸਾਧੂ ਦੀ ਨਿੰਦਾ ਬੜਾ ਅਪਰਾਧ ਹੈ, इसका बड़ा दंड है। गुरु महाराज कहते हैं, संत का निंदक राज तेहीन, संत का निंदक दुखिया और दीन, संत का निंदक महा हत्यारा, संत का निंदक परमेश्वर मारा। ਉਹਨਾਂ ਨੂੰ ਗੁਰਬਾਣੀ ਦੇ ਤੁਕਾਂ ਪੜ੍ਹ ਕੇ ਡਰਾਉਂਦੇ ਨੇ। ਰਾਮ ਪਿਆਰੀ, ਹੇ ਰਾਮ ਭੈ ਨਾਲ ਕੰਬਦੀ ਹੋਈ, ਮੇਰਾ ਮੁੰਡਾ ਕੀ ਕਰੀ ਜਾਂਦਾ। ਕਿਸ਼ੋਰ, ਇਹ ਸਾਧੂ ਨਹੀਂ ਬੀਜੀ, ਕੋਈ ਮਹਾ ਪਖੰਡੀ ਏ। ਹਰੀ ਚੰਦ, ਕਿਸ਼ੋਰ ਬੰਦ ਕਰ ਇਹ ਬਕ। ਸਾਧੂ, ਪਾਪੀ ਦੁਸ਼ਟ। ਰਾਮ ਪਿਆਰੀ, ਖਿਮਾ ਕਰੋ ਮਹਾਰਾਜ, ਸੁਦਾਈ ਹੋ ਗਿਆ ਇਹ ਛੋਕਰਾ। ਕਿਸ਼ੋਰ, ਤੁਸੀਂ ਸਾਰੇ ਸੁਦਾਈ ਹੋ ਗਏ ਹੋ, ਇਹ ਭਗੌੜਾ ਮੁਜਰਮ ਹੈ। ਹਰੀ ਚੰਦ, ਜਵਾਨ ਸੰਭਾਲ ਕਿਸ਼ੋਰ, ਜਵਾਨ ਸੰਭਾਲ। ਸਾਧੂ, ਕਲਿਆਣ ਹੋ ਵਕਤ, ਸੰਤ ਕੀ ਮਹਿਮਾ ਕੋਈ ਬਿਰਲਾ ਜਾਣਾ। ਕਿਸ਼ੋਰ ਟਿਚਕਰੀ ਨਾਲ, ਇਹ ਹੈ ਸੰਤ ਕੀ ਮਹਿਮਾ, ਪੁਲਿਸ ਪਛਾਣੇ। ਓਏ ਚਲੋ ਥਾਣੇ। ਕਹਿੰਦਾ ਆ ਤੁਹਾਡੀ ਮਹਿਮਾ ਪੁਲਿਸ ਪਛਾਣੂ, ਕਹਿੰਦਾ ਤੁਹਾਨੂੰ ਥਾਣੇ ਫੜਾਉਣਾ ਤੁਹਾਨੂੰ। ਸਾਧੂ, ਨਹੀਂ ਜਾਏਂਗੇ ਥਾਣੇ ਹਮ, ਕੋਈ ਚੋਰ ਹੈ, ਅਪਰਾਧੀ ਹੈ। ਕਿਸ਼ੋਰ, ਨਹੀਂ ਜਾਏਂਗੇ, ਮੈਂ ਪੁਲਿਸ ਇੱਥੇ ਲਿਆਉਣਾ। ਕਹਿੰਦਾ ਜੇ ਨਹੀਂ ਜਾਓਗੇ ਮੈਂ ਪੁਲਿਸ ਉਰੇ ਲਿਆਉਣਾ। ਸਾਧੂ, ਲਾਓ ਹਮ ਪੁਲਿਸ ਕੋ ਜਾਣਤੇ ਹੈ, ਪੁਲਿਸ ਹਮਕੋ ਜਾਣਤੀ ਹੈ। ਕਹਿੰਦਾ ਬੁਲਾ ਲਿਓ, ਕਿਹੜੀ ਪੁਲਿਸ ਨੂੰ ਬੁਲਾਉਣੀ ਆ। ਕਿਸ਼ੋਰ, ਹੁਣੇ ਤੇਰੀਆਂ ਸ਼ੇਕੀਆਂ ਨਿਕਲ ਜਾਣਗੀਆਂ ਸਾਰੀਆਂ। ਕਿਸ਼ੋਰ ਪੁਲਿਸ ਲਿਆਉਣ ਲਈ ਤਿਆਰ ਮਾਲੂਮ ਹੁੰਦਾ ਹੈ। ਮਦਨ ਬਹੁਤ ਘਬਰਾਹਟ ਵਿੱਚ, ਪੁਲਿਸ ਹੁਣ ਮਦਨ ਡਰਦਾ, ਪੁਲਿਸ ਤੋਂ ਤਾਂ ਮੈਂ ਡਰਦਾ ਹੋ ਰਿਹਾ, ਇਹ ਪੁਲਿਸ ਘਰੇ ਲਿਆਉਣ ਨੂੰ ਫਿਰਦੇ ਨੇ। ਹਰੀ ਚੰਦ, ਨਹੀਂ ਆਏਗੀ ਪੁਲਿਸ ਮੇਰੇ ਘਰ। ਕਿਸ਼ੋਰ, ਪਿਤਾ ਜੀ ਜ਼ਰੂਰ ਆਏਗੀ, ਮੈਂ ਚੱਲਿਆ। ਜਾਣ ਲੱਗਦਾ ਏ ਤੇ ਹਰੀ ਚੰਦ ਉਹਨੂੰ ਜੱਫਾ ਮਾਰ ਕੇ ਪਕੜ ਲੈਂਦਾ, ਉਹਦਾ ਪਿਤਾ ਫੜ ਲੈਂਦਾ। ਰਾਮ ਪਿਆਰੀ, ਪੁਲਿਸ। ਹਰੀ ਚੰਦ, ਕਿਸ਼ੋਰ, ਨਹੀਂ। ਮਦਨ ਘਬਰਾਇਆ ਹੋਇਆ, ਕਿਸ਼ੋਰ ਪਾਪਾ। ਬਾਹਰ ਨੂੰ ਨੱਠ ਜਾਂਦਾ। ਉਹ ਮਤਲਬ ਕਿਸ਼ੋਰ ਭੱਜਦਾ ਕਿ ਮੈਂ ਉਹਨੂੰ ਹੁਣ ਲੈ ਕੇ ਆਉਣਾ, ਮਤਲਬ ਪੁਲਿਸ ਨੂੰ। ਮਦਨ ਬਹੁਤ ਘਬਰਾਹਟ ਵਿੱਚ, ਮਾਸੜ ਜੀ ਮੈਂ ਚੱਲਿਆ। ਕਹਿੰਦਾ ਮੈਂ ਤਾਂ ਜਾਣਾ। ਉਹਨੂੰ ਲੱਗਿਆ ਹੁਣ ਮੁੰਡਾ ਪੁਲਿਸ ਲੈਣ ਗਿਆ, ਭੱਜ ਲਓ, ਪੁਲਿਸ ਤਾਂ ਮੈਨੂੰ ਲੱਭਦੀ ਫਿਰਦੀ ਆ। ਸਾਧੂ ਜ਼ੋਰ ਨਾਲ ਮਦਨ ਨੂੰ ਪਕੜ ਲੈਂਦਾ। ਹੁਣ ਦੇਖੋ ਬੇਟਾ, ਇੱਥੇ ਜਿਹੜੀ ਸਾਰੀ ਤੁਹਾਨੂੰ ਸਟੋਰੀ ਸਮਝ ਆਊ। ਸਾਧੂ ਹੈ ਜਿਹੜਾ, ਇੱਕ ਤਾਂ ਮੌਨਧਾਰੀ ਹੈ, ਇੱਕ ਹੱਟਾ ਕੱਟਾ। ਉਹ ਸਾਧੂ ਜ਼ੋਰ ਨਾਲ ਮਦਨ ਨੂੰ ਪਕੜ ਲੈਂਦਾ ਅਤੇ ਸੱਜੇ ਹੱਥ ਨਾਲ ਉਹਦੀ ਪੱਟੀ ਅੱਗੇ ਹੋ ਕੇ ਖੋਲ੍ਹ ਦਿੰਦਾ ਅਤੇ ਦਾਗ ਨੂੰ ਵੇਖ ਲੈਂਦਾ, ਉਹਦੀ ਪੱਟੀ ਲਾਹ ਦਿੰਦਾ, ਪਛਾਣ ਲੈਂਦਾ ਵੀ ਉਹੀ ਹੈ ਇਹ ਮਦਨ ਜਿਹੜਾ ਭਗੌੜਾ ਭੱਜਿਆ ਹੈ, ਜਿਹਦੇ ਸਿਰ 'ਤੇ ਸੱਟ ਲੱਗੀ ਹੋਈ ਹੈ। ਹੁਣ ਜਿਹੜਾ ਸਾਧੂ ਆ, ਹੁਣ ਕਿੱਥੇ ਜਾਣਾ ਏ ਬੱਚੂ? ਮੌਨਧਾਰੀ ਨੂੰ, ਹੁਣ ਜਿਹੜਾ ਥੱਲੇ ਬੈਠਾ ਮੌਨਧਾਰੀ ਨੂੰ, ਇੰਸਪੈਕਟਰ ਸਾਹਿਬ ਇਹ ਸ਼ਨਾਖਤੀ ਦਾਗ ਮੱਥੇ ਉੱਤੇ। ਕਹਿੰਦਾ ਦੇਖੋ, ਜਿਹੜਾ ਹੁਣ ਨਾ ਬੇਟਾ ਮੌਨਧਾਰੀ ਬਣਿਆ ਹੁੰਦਾ, ਉਹ ਅਸਲ 'ਚ ਇੰਸਪੈਕਟਰ ਹੁੰਦਾ। ਕਹਿੰਦਾ ਦੇਖੋ ਜੀ ਦਾਗ ਇਹਦੇ ਮੱਥੇ 'ਤੇ ਉਹੀ ਆ ਮਦਨ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ। ਕਹਿੰਦਾ ਪੁੱਤ ਤੂੰ ਸੱਤ ਭੱਜ ਰਿਹਾ ਸੀ ਨਾ, 100 ਦਿਨ ਚੋਰ ਦਾ 1 ਦਿਨ ਸਾਧ ਦਾ, ਅੱਜ ਸਾਧੂਆਂ ਦਾ ਦਿਨਾਂ ਫੜ ਲਿਆ ਨਾ ਤੈਨੂੰ। ਮਦਨ ਨੱਠਣ ਦੀ ਬੇਬਾਕ ਕੋਸ਼ਿਸ਼ ਕਰਦਾ ਏ, ਪਰ ਸਾਧੂ ਨੇ ਉਹਨੂੰ ਜਕੜਿਆ ਹੋਇਆ। ਹੁਣ ਮਦਨ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਵੀ ਮੈਂ ਭੱਜ ਜਾਣਾ। ਅਸਲ ਦੇ ਵਿੱਚ ਬੇਟਾ ਪੁਲਿਸ ਆ ਜਿਹੜੀ, ਮੌਨਧਾਰੀ ਦੇ ਰੂਪ ਦੇ ਵਿੱਚ ਇੰਸਪੈਕਟਰ ਬੈਠਾ,
ਜਿਹੜਾ ਇੱਧਰ ਨਾਲ ਸਿਪਾਹੀ ਖੜਾ ਹੈ ਉਹ ਵੀ ਪੁਲਿਸ ਦਾ ਬੰਦਾ। ਹੁਣ ਇਹ ਸਾਧੂ ਦੇ ਰੂਪ ਦੇ ਵਿੱਚ ਜਿਹੜੀ ਹਰੀ ਚੰਦ ਦੇ ਘਰੇ ਪੁਲਿਸ ਪਹੁੰਚੀ ਹੋਈ ਆ, ਮੌਨਧਾਰੀ ਫੁਰਤੀ ਨਾਲ ਝੋਲੀ ਵਿੱਚੋਂ ਰਿਵਾਲਵਰ ਤਾਣ ਕੇ ਉਹਦੇ ਵਿੱਚੋਂ ਨਾ ਆਪਣੀ ਝੋਲੀ 'ਚੋਂ ਪਿਸਟਲ ਕੱਢ ਲੈਂਦਾ, ਕਹਿੰਦਾ ਖਬਰਦਾਰ ਹਿਲੋ ਮਤ। ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ, ਆਪਣੀ ਦਾੜੀ ਲਾ ਕੇ ਸੁੱਟ ਦਿੰਦਾ। ਹੁਣ ਸੀਨ ਦੇਖੋ ਕੀ ਬਣਦਾ ਉਹ, ਮੈਂ ਇੰਸਪੈਕਟਰ ਦੀਪ ਚੰਦ। ਹੁਣ ਜਿਹੜਾ ਮੌਨਧਾਰੀ ਹੈ ਬੇਟਾ ਉਹਦਾ ਨਾਮ ਕੀ ਆ, ਇੰਸਪੈਕਟਰ ਦੀਪ ਚੰਦ। ਹਵਲਦਾਰ ਜਾਣੇ ਨਾ ਪਾਏ ਮੁਲਜ਼ਮ। ਹੁਣ ਜਿਹੜਾ ਉਹ ਮੁੰਡਾ ਖੜਾ ਹੱਟੇ ਕੱਟੇ ਸਰੀਰ ਵਾਲਾ ਉਹ ਕੌਣ ਹੈ, ਹੌਲਦਾਰ। ਉਹਨੂੰ ਕਹਿੰਦਾ ਜਾਣਾ ਨਹੀਂ ਚਾਹੀਦਾ। ਮਦਨ ਕਰਾ ਕੇ ਹਾਏ ਰੱਬਾ ਹਾਏ ਮੈਂ ਮਾਰਿਆ ਗਿਆ। ਹੁਣ ਪਰਦਾ ਬੰਦ ਹੋ ਜਾਂਦਾ। ਸੋ ਇਸ ਤਰ੍ਹਾਂ ਬੇਟਾ ਜਿਹੜਾ ਇਹ ਪੂਰਾ ਨਾਟਕ ਆ ਤੁਹਾਡੀ ਅੱਖਾਂ ਦੇ ਸਾਹਮਣੇ ਚੱਲਦਾ। ਇਸ ਨਾਟਕ ਨੂੰ ਅਸੀਂ ਨੇ ਪੜ੍ਹਿਆ, ਜਿਹਦੇ ਵਿੱਚ ਮਦਨ ਲਾਲ ਹੁੰਦਾ ਬੜਾ, ਉਹ ਪੁਲਿਸ ਤੋਂ ਭੱਜਿਆ ਆਪਦੀ ਮਾਸੀ ਕੋਲੇ ਜਾਂਦਾ। ਉਹਦੀ ਮਾਸੀ ਦੇ ਘਰੇ ਜਿਹੜੇ ਦੋ ਸਾਧੂ ਆਉਂਦੇ ਨੇ। ਜਿਹੜਾ ਇਸ ਚੈਪਟਰ ਦਾ ਬੇਟਾ ਮੇਨ ਕਨਸੈਪਟ ਆ ਉਹ ਹੈਗਾ ਮੌਨਧਾਰੀ। ਹੁਣ ਮੌਨਧਾਰੀ ਇਹਦੇ ਵਿੱਚ ਇੰਸਪੈਕਟਰ ਆ ਅਤੇ ਉਹਦੇ ਨਾਲ ਇੱਕ ਸਿਪਾਹੀ ਆ। ਇਹਨਾਂ ਦੇ ਘਰ ਦੇ ਵਿੱਚ ਜਿਹੜੇ ਜਿਹੜੇ ਵਾਰਤਾਲਾਪ ਹੁੰਦੇ ਨੇ ਉਹ ਜਿੱਥੇ ਜਿੱਥੇ ਜਾਂਦਾ ਮਦਨ, ਉਹਦੀ ਜਿਹੜਾ ਮਾਸੜਾ ਹਰੀ ਚੰਦ ਅਤੇ ਉਹਦੀ ਮਾਸੀ ਦਾ ਮੁੰਡਾ ਕਿਸ਼ੋਰ ਅਤੇ ਜਿਹੜੀ ਇਹਦੀ ਮਤਲਬ ਕਿਸ਼ੋਰ ਦੀ ਮਾਂ ਹੈ ਉਹਦੀ ਮਾਸੀ ਕਿਹਦੀ ਮਦਨ ਦੀ, ਉਹਦਾ ਵੀ ਇਹਦੇ ਵਿੱਚ ਜਿਹੜਾ ਕਰੈਕਟਰ ਦਿਖਾਇਆ ਜਾਂਦਾ। ਰਾਮ ਪਿਆਰੀ ਵਿਚਾਰੀ ਭੋਲੀ ਭਾਲੀ ਆ ਅਤੇ ਹਰੀ ਚੰਦ ਆ ਉਹ ਬਿਮਾਰ ਠਮਾਰ ਆ। ਅਤੇ ਇਹਨਾਂ ਦੇ ਘਰੇ ਜਾਂਦਾ ਅਤੇ ਪੁਲਿਸ ਵਾਲੇ ਜਿਹੜੇ ਛੂਹੀਏ ਨੇ ਕਿਵੇਂ ਇਹਦੇ ਪਿੱਛੇ ਪਿੱਛੇ ਉੱਥੇ ਪਹੁੰਚ ਜਾਂਦੇ ਨੇ, ਕਿਵੇਂ ਉਹ ਸਾਧੂ ਦਾ ਰੂਪ ਧਾਰਨ ਕਰਕੇ ਉਹਨਾਂ ਦੇ ਘਰੇ ਸਵਾਲ ਜਵਾਬ ਕਰਦੇ ਨੇ। ਅਤੇ ਆਖਰ ਦੇ ਵਿੱਚ ਗੱਲੀ ਬਾਤੀ ਲਾ ਕੇ ਉਹ ਪਹਿਲਾਂ ਤਾਂ ਗੱਲਾਂ ਬਾਤਾਂ ਦੇ ਵਿੱਚ ਮਦਨ ਦੀ ਆਇਡੈਂਟੀਟੀ ਕਰ ਲੈਂਦੇ ਨੇ ਕਿ ਕੱਲ੍ਹ ਇਹਨਾਂ ਦੇ ਘਰੇ ਅੱਜ ਬੰਦਾ ਆਇਆ, ਇਹੀ ਬੰਦਾ ਮਦਨ ਲਾਲ ਆ। ਉਹਨਾਂ ਨੂੰ ਇਹ ਵੀ ਪਤਾ ਹੁੰਦਾ ਅਤੇ ਇੰਨੇ ਸਾਲ ਉਹਦੀ ਉਮਰ ਆ, ਉਹਦੇ ਸਿਰ 'ਤੇ ਸੱਟ ਲੱਗੀ ਹੁੰਦੀ ਆ। ਆਖਰ ਦੇ ਵਿੱਚ ਜਦੋਂ ਕਿਸ਼ੋਰ ਥਾਣੇ ਵੱਲ ਜਾਂਦਾ ਅਤੇ ਮਦਨ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਪੁਲਿਸ ਤੋਂ ਤਾਂ ਮੈਂ ਬਚਦਾ ਇੱਥੇ ਆਇਆ ਪਰ ਪੁਲਿਸ ਲੈਣ ਚੱਲਿਆ ਮੇਰਾ ਭਰਾ। ਕਹਿੰਦਾ ਚੰਗਾ ਮੈਂ ਜਾਂਦਾ। ਮਤਲਬ ਪੁਲਿਸ ਦੇ ਡਰ ਜਦੋਂ ਭੱਜਣ ਲੱਗਦਾ, ਜਿਹੜਾ ਕੋਲ ਸਿਪਾਹੀ ਖੜਾ ਹੁੰਦਾ ਮੌਨਧਾਰੀ ਦੇ ਉਹਨੂੰ ਜੱਫਾ ਮਾਰ ਕੇ ਫੜ ਲੈਂਦਾ। ਅਤੇ ਫਿਰ ਆਖਰ ਦੇ ਵਿੱਚ ਜਿਹੜਾ ਮੌਨਧਾਰੀ ਦੇ ਰੂਪ ਵਿੱਚ ਸਾਧੂ ਦੇ ਰੂਪ ਵਿੱਚ ਬੈਠਾ ਹੁੰਦਾ ਇੰਸਪੈਕਟਰ, ਉਹ ਆਪਣਾ ਪਿਸਟਲ ਉਹਦੇ ਵੱਲ ਕਰ ਲੈਂਦਾ। ਕਹਿੰਦਾ ਖਬਰਦਾਰ, ਕਹਿੰਦਾ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ, ਅੱਜ ਅਸੀਂ ਸਾਧਾਂ ਨੇ ਤੈਨੂੰ ਗ੍ਰਿਫਤਾਰ ਕਰ ਲਿਆ। ਅਤੇ ਇਸ ਤਰ੍ਹਾਂ ਬੇਟਾ ਫਿਰ ਜਦੋਂ ਇਹਦੀ ਮਤਲਬ ਮਦਨ ਲਾਲ ਦੀ ਗ੍ਰਿਫਤਾਰੀ ਹੁੰਦੀ ਆ ਅਤੇ ਸਟੇਜ ਦੇ ਉੱਪਰ ਪਰਦਾ ਬੰਦ ਹੋ ਜਾਂਦਾ। ਸੋ ਇਹ ਸੀਗਾ ਤੁਹਾਡਾ ਮੌਨਧਾਰੀ ਜਿਹੜੀ ਇਕਾਂਗੀ ਹੈ ਜਿਹੜਾ ਨਾਟਕ ਆ। ਤੁਸੀਂ ਇਸ ਨੂੰ ਸ਼ਬਦਾਂ ਦੇ ਵਿੱਚ ਅਸੀਂ ਬੋਲਿਆ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੋਊਗੀ। ਸੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਇਸੇ ਕਹਾਣੀ ਦੇ ਇਸੇ ਇਕਾਂਗੀ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਤੁਹਾਨੂੰ ਇਸੇ ਚੈਨਲ ਤੋਂ ਕਰਾਏ ਜਾਣਗੇ। ਸੋ ਮੌਨਧਾਰੀ ਨਾਟਕ ਮੌਨਧਾਰੀ ਇਕਾਂਗੀ ਨੂੰ ਜੋ ਸਮਝਾਉਣ ਬਾਰੇ ਇਹ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਹੁਣ ਇਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।